ਭਾਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਮੋ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਰ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਬੰਦੋ ਬਾਰ ਬਾਰ ਜਗਦੀਸ਼ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਪੜੋ। ਵਾਹਿਗੁਰੂ ਸਾਹਿਬ ਜੀ ਆਪਹਿ ਕਰੀ ਪਕਾਵਨ ਕ੍ਰਿਤ ਜਤ ਪੰਚਨ ਕੋ ਪ੍ਰਸ਼ਾਦ ਕਰ ਤਿਆਰ ਛਾਛ ਧੂਪ ਦੇ ਸੰਗਨੀ ਸਵਾਦਲ ਗੱਠੇ ਸਹਿਤ ਨਿਜ ਸਿਰ ਪਰ ਧਾਰ ਆਪਹਿ ਕਰੀ ਪਕਾਵਨ ਕ੍ਰਿਤ ਜਤ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਧੰਨ ਧੰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਕਿਰਪਾ ਹੋਈ ਹੈ। ਆਪਾਂ ਸਾਰਿਆਂ ਨੂੰ ਗੁਰੂ ਜੀ ਨੇ ਹਜ਼ੂਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਗੁਰੂ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ। ਸਾਧ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਗੁਰਬਾਣੀ ਜੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ। ਆਓ ਇਸੇ ਸੰਬੰਧ ਵਿੱਚ ਜੋ ਕਥਾ ਵਿਚਾਰ ਚੱਲ ਰਹੀ ਹੈ ਆਪਾਂ ਨੇ ਸਰਵਣ ਕਰਨੀ ਹੈ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜੂਰ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਸ ਖੰਡਾਂ ਬਰਭੰਡਾਂ ਦੇ ਵਿੱਚ ਹੋ ਰਿਹਾ ਹੈ। ਪਰ ਈਰਖਾਲੂ ਬੰਦੇ ਜਿਹੜੇ ਆ ਉਹ ਮਹਾਰਾਜ ਜੀ ਦਾ ਜਸ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਰਹੇ ਜੀ। ਪ੍ਰਿਥਵੀ ਅਤੇ ਕਰਮੋਂ ਦੇ ਫਿੱਕੇ ਬੋਲਾਂ ਨੇ ਮਾਤਾ ਗੰਗਾ ਜੀ ਦੇ ਮਨ ਉੱਤੇ ਬਹੁਤ ਅਸਰ ਪਾਇਆ। ਮਾਤਾ ਗੰਗਾ ਜੀ ਨੇ ਗੁਰੂ ਸਾਹਿਬ ਜੀ ਨਾਲ ਗੱਲ ਕੀਤੀ। ਗੁਰੂ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭੇਜਿਆ। ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜਿਆ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਜਦੋਂ ਕੋਲ ਗਏ
ਜਿਵੇਂ ਗਏ ਮਾਤਾ ਜੀ, ਉਸ ਹਿਸਾਬ ਨਾਲ ਬਾਬਾ ਜੀ ਨੇ ਭਾਜੜਾਂ ਵਾਲਾ ਬਚਨ ਕਰ ਦਿੱਤਾ ਜੀ। ਜਿਹੜੀ ਪਿਛਲੇ ਦਿਨਾਂ 'ਚ ਤੁਸੀਂ ਹੁਣ ਕਥਾ ਸੁਣੀ ਸੀਗੀ, ਮਾਤਾ ਗੰਗਾ ਜੀ ਘਰ ਵਿੱਚ ਪਹੁੰਚੇ ਹੈ। ਮਾਤਾ ਗੰਗਾ ਜੀ ਦਾ ਮਨ ਬਹੁਤ ਜ਼ਿਆਦਾ ਬੈਰਾਗ ਵਿੱਚ ਹੈਗਾ ਹੈ ਜੀ। ਸੱਚੇ ਪਾਤਸ਼ਾਹ ਮਹਾਰਾਜ ਆਏ, ਮਹਾਰਾਜ ਅੰਤਰਜਾਮੀ ਜਾਣਦੇ ਤੇ ਸਭ ਕੁਝ ਹੈ। ਤੇ ਮਾਤਾ ਗੰਗਾ ਜੀ ਨੂੰ ਪੁੱਛਿਆ ਮਹਾਰਾਜ ਨੇ, ਮਹਾਰਾਜ ਕਹਿੰਦੇ ਕਿਉਂ, ਵਰ ਲੈ ਆਏ? ਤੇ ਮਾਤਾ ਗੰਗਾ ਜੀ ਬੈਰਾਗ 'ਚ ਕਹਿਣ ਲੱਗੇ, ਮਹਾਰਾਜ ਮੇਰੇ ਕੋ ਕੰਮ ਵਿਗੜ ਗਿਆ ਹੈ। ਮਹਾਰਾਜ ਬਾਬਾ ਜੀ ਨੇ ਇਹ ਬਚਨ ਕੀਤਾ। ਗੁਰੂ ਸਾਹਿਬ ਨੇ ਫਿਰ ਮਾਤਾ ਜੀ ਨੂੰ ਪੁੱਛਿਆ ਵੀ ਤੁਸੀਂ ਗਏ ਕਿਵੇਂ ਸੀਗੇ? ਮਾਤਾ ਜੀ ਨੇ ਦੱਸਿਆ ਵੀ ਰੱਥ ਤੇ ਚੜ੍ਹ ਕੇ ਗਈ ਸਾਂ, ਸਿੱਖਾਂ ਨੂੰ ਨਾਲ ਲੈ ਕੇ ਗਈ ਸਾਂ। ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਵੀ ਪੂਰਨ ਪੁਰਸ਼ਾਂ ਕੋਲ ਜਾਣਾ ਕਿਵੇਂ ਹੈ ਜੀ। ਚੇਤਾ ਰੱਖਿਓ, ਜਿੰਨਾ ਚਿਰ ਤੱਕ ਕੋਈ ਦੂਜਾ ਸਿੱਖ ਮਤ ਨਹੀਂ ਨਾ ਦਿੰਦਾ, ਆਪੇ ਤਾਂ ਕਿਸੇ ਦੇ ਅੰਦਰੋਂ ਸਿੱਖਿਆ ਪੈਦਾ ਹੋਣੀ ਹੈ, ਤੇ ਬਹੁਤ ਵੱਡੀ ਗੱਲ ਹੈ ਜੀ। ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਵੀ ਬਾਬਾ ਬੁੱਢਾ ਸਾਹਿਬ ਪੂਰਨ ਗੁਰਸਿੱਖ ਮਹਾਂਪੁਰਖ ਨੇ, ਜੇ ਉਹਨਾਂ ਦੇ ਕੋਲ ਜਾਣਾ ਤੇ ਬਹੁਤੀ ਨਿਮਰਤਾ ਦੇ ਨਾਲ ਜਾਣਾ ਚਾਹੀਦਾ ਸੀ। ਮਾਤਾ ਗੰਗਾ ਜੀ ਦੇ ਭਾਗ ਚੰਗੇ ਜੀ। ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਤੁਸੀਂ ਦੱਸ ਦਿਓ ਵੀ ਕਿਵੇਂ ਜਾਣਾ ਚਾਹੀਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਤੁਸੀਂ ਵਿਗੜਿਆ ਕੰਮ ਸਵਾਰ ਸਕਦੇ ਹੋ, ਵਿਗੜੀਆਂ ਗੱਲਾਂ ਨੂੰ ਬਣਾਉਣ ਵਾਲੇ ਤੁਸੀਂ ਹੋ ਮਹਾਰਾਜ। ਤੇ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਦੱਸਿਆ, ਗੰਗਾ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਉੱਠ ਕੇ ਆਪਣੇ ਹੱਥੀਂ ਚੱਕੀ ਚਲਾਉਣੀ, ਆਟਾ ਪੀਸਣਾ, ਨਾਲ ਨਾਲ ਬਾਣੀ ਪੜ੍ਹਨੀ ਹੈ। ਅੱਧਾ ਆਟਾ ਛੋਲਿਆਂ ਦਾ, ਅੱਧਾ ਆਟਾ ਕਣਕ ਦਾ, ਇਹਨਾਂ ਨੂੰ ਮਿਲਾਉਣਾ ਹੈ। ਮਿੱਸੇ ਪ੍ਰਸ਼ਾਦੇ ਤਿਆਰ ਕਰਨੇ ਹੈ, ਮੋਟੇ ਮੋਟੇ ਪ੍ਰਸ਼ਾਦੇ ਬਣਾਉਣੇ ਆ, ਲੂਣ ਵਾਲੇ, ਘਿਓ ਖੁੱਲ੍ਹਾ ਪਾਉਣਾ ਹੈ। ਦਹੀਂ ਬਹੁਤਾ ਹੋਵੇ ਤੇ ਜਲ ਵਿੱਚ ਥੋੜ੍ਹਾ ਪਾਉਣਾ ਹੈ। ਸੰਘਣੀ ਲੱਸੀ ਤਿਆਰ ਕਰਨੀ ਹੈ। ਜਿਸ ਭਾਂਡੇ ਦੇ ਵਿੱਚ ਲੱਸੀ ਤਿਆਰ ਕਰਨੀ ਹੈ ਉਹਨੂੰ ਪਹਿਲਾਂ ਧੂਫ ਦਿਖਾਉਣੀ ਹੈ ਜੀ, ਉਹਨੂੰ ਧੂਫ ਦੇਣੀ। ਭਾਂਡਾ ਧੋਏ ਬੈਸ ਧੂਪ ਦੇ ਬਹੋ, ਤੋ ਦੁੱਧੈ ਕੋ ਜਾ ਬਹੋ। ਇਹ ਪੁਰਾਤਨ ਸਾਧ ਸੰਗਤ ਜੀ ਸੀ। ਜਿਹੜੇ ਵਸਤੂ ਵਾਹਿਗੁਰੂ ਜਿਸ ਭਾਂਡੇ 'ਚ ਕੋਈ ਵਸਤੂ ਪਾਉਣੀ, ਉਹਦੇ ਵਿੱਚ ਉਹਦੇ ਕਣ ਰਹਿ ਜਾਂਦੇ ਸੀ, ਉਹਦੀ ਖੁਸ਼ਬੂ ਆਉਂਦੀ ਰਹਿੰਦੀ ਸੀ ਵਿੱਚੋਂ ਜੀ। ਜਦੋਂ ਧੂਪ ਦਿਖਾ ਦੇਣੀ, ਸਭ ਕੁਝ ਉੱਡ ਜਾਂਦਾ ਸੀ ਤੇ ਭਾਂਡਾ ਸ਼ੁੱਧ ਹੋ ਜਾਂਦਾ ਸੀਗਾ ਜੀ। ਮਹਾਂਪੁਰਖਾਂ ਨੂੰ ਕੋਈ ਵਸਤੂ ਛਕਾਉਣੀ ਹੋਵੇ, ਜਿੱਥੇ ਵਸਤੂ ਦਾ ਧਿਆਨ ਰੱਖਣਾ, ਉੱਥੇ ਬਰਤਨਾਂ ਦਾ ਵੀ ਧਿਆਨ ਰੱਖਣਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਉੱਥੇ ਬਰਤਨਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਵੀ ਜਿਸ ਬਰਤਨ ਵਿੱਚ ਛਕਾ ਰਹੇ ਆ ਉਹ ਬਰਤਨ ਸੁੱਚਾ ਹੈ, ਉਹ ਬਰਤਨ ਕਿਸ ਤਰ੍ਹਾਂ ਦਾ ਹੈ। ਬਹੁਤ ਸਾਰੇ ਗੁਰ ਅਸਥਾਨਾਂ 'ਤੇ ਵੇਖੀਦਾ ਹੈ, ਜਿਸ ਥਾਲੀ ਦੇ ਵਿੱਚ ਆਪ ਬੰਦਾ ਪ੍ਰਸ਼ਾਦਾ ਛਕਦਾ ਹੈ, ਜਿਸ ਚਮਚੇ ਨਾਲ ਆਪ ਪ੍ਰਸ਼ਾਦਾ ਛਕਦਾ ਹੈ, ਜਿਸ ਗਲਾਸ ਵਿੱਚ ਆਪ ਪਾਣੀ ਪੀਂਦਾ ਹੈ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪ੍ਰਸ਼ਾਦਾ ਲੈ ਕੇ ਆਉਂਦੇ ਤੇ ਉਹੋ ਹੀ ਭਾਂਡੇ ਲੈ ਆਉਂਦੇ ਨੇ ਜੀ। ਧਿਆਨ ਰੱਖਣਾ ਗੁਰੂ ਜੀ ਦੀ ਮਿਹਰ ਦੇ ਨਾਲ, ਕਥਾ ਵਿੱਚੋਂ ਪੜ੍ਹ ਕੇ, ਸੁਣ ਕੇ, ਜਿਵੇਂ ਇੱਥੇ ਗੁਰਮੁਖਾਂ ਨੂੰ ਸਿੱਖਿਆ ਮਿਲੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਸਤੇ ਭਾਂਡੇ ਹੀ ਵੱਖਰੇ ਰੱਖੇ ਨੇ ਜੀ। ਮਨ ਦੀ ਭਾਵਨਾ ਹੈ ਨਾ। ਕੋਈ ਕਹੇਗਾ ਲਓ ਜੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ, ਉਹ ਕੀ ਛਕਦੇ ਆ? ਇਹ ਤੇ ਕੱਚੀਆਂ ਪਿੱਲੀਆਂ ਗੱਲਾਂ ਨੇ। ਨਿਹੰਗ ਸਿੰਘ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਨੂੰ ਕੱਚਾ ਪਿੱਲਾ ਕਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਕੋਈ ਇਹੋ ਜਿਹੀਆਂ ਗੱਲਾਂ ਕਰੇ ਨਾ ਢਿੱਲੀਆਂ ਦੀਆਂ, ਉਹ ਕਹਿੰਦੇ ਕੱਚਾ ਪਿੱਲਾ ਹੈਗਾ ਕਹਿਣ ਲੱਗੇ, ਇਹ ਬੰਦਾ ਸਹੀ ਨਹੀਂ ਹੈਗਾ ਕਹਿਣ ਲੱਗੇ। ਸਹੀ ਉਹੋ ਹੀ ਆ ਜਿਹੜਾ ਆਪਣੇ ਗੁਰੂ ਜੀ ਤੇ ਸ਼ਰਧਾ ਰੱਖਦਾ ਹੈ, ਆਪਣੇ ਗੁਰੂ ਜੀ ਤੇ ਭਰੋਸਾ ਰੱਖਦਾ ਹੈ। ਬਰਤਨ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ, ਇਹ ਵੀ ਗੁਰੂ ਜੀ ਨੇ ਦੱਸਿਆ ਜੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ, ਜੇ ਗੁਰੂ ਅਰਜਨ ਸਾਹਿਬ ਗੱਲ ਕਰ ਰਹੇ ਤੇ ਸਾਨੂੰ ਧਿਆਨ ਦੇਣ ਦੀ ਲੋੜ ਪੈਣੀ ਹੈ ਜੀ। ਸਾਨੂੰ ਧਿਆਨ ਦੇਣਾ ਹੀ ਪੈਣਾ ਜੀ। ਬੰਦਾ ਆਪਣੇ ਘਰ 'ਚ ਇੱਕ ਤੇ ਸੁੱਚਾ ਥਾਲ ਰੱਖੇ ਜੀ, ਇੱਕ ਤੇ ਸੁੱਚੀ ਕੌਲੀ ਚਮਚ ਗਲਾਸ ਰੱਖ ਲੈ ਜੀ। ਹਾਂਜੀ, ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਸਾਰੀ ਮਰਿਆਦਾ ਮਾਤਾ ਗੰਗਾ ਜੀ ਨੂੰ ਦੱਸੀ, ਮਾਤਾ ਗੰਗਾ ਜੀ ਨੂੰ ਚਾਅ ਦੇ ਵਿੱਚ ਸਾਧ ਸੰਗਤ ਜੀ ਨੀਂਦ ਹੀ ਨਹੀਂ ਆਈ ਦੀ। ਨੀਂਦ ਨਹੀਂ ਆਈ ਮਾਤਾ ਜੀ ਨੂੰ। ਕਿਉਂ? ਛੇਤੀ ਅੰਮ੍ਰਿਤ ਵੇਲਾ ਹੋਵੇ ਤੇ ਮੈਂ ਛੇਤੀ ਦੇ ਨਾਲ ਇਸ਼ਨਾਨ ਕਰਕੇ ਤੇ ਸੇਵਾ ਕਰਾਂ। ਚੇਤਾ ਰੱਖਿਓ, ਠੀਕ ਹੈ ਆਪੋ ਆਪਣੀ ਮਰਿਆਦਾ ਹੈ। ਕਈ ਰਾਤ ਦੇ 12 ਵਜੇ ਨੂੰ ਅੰਮ੍ਰਿਤ ਵੇਲਾ ਮੰਨਦੇ ਆ ਜੀ।
ਠੀਕ ਹੈ, ਮਰਜ਼ਾਦਾ ਹੈ, ਚੰਗੀ ਗੱਲ ਹੈ, ਉਹਨੂੰ ਅੰਮ੍ਰਿਤ ਵੇਲਾ ਮੰਨ ਕੇ ਤੁਰਦੇ ਹੈ। ਪਰ ਇਤਿਹਾਸ ਦੇ ਗ੍ਰੰਥਾਂ ਵਿੱਚ ਇਹ ਗੱਲ ਲਿਖੀ ਹੈ, ਅੰਮ੍ਰਿਤ ਵੇਲਾ ਰਾਤ ਦੇ ਚੌਥੇ ਪਹਿਰ ਨੂੰ ਕਹਿੰਦੇ ਆ ਜੀ। ਰਾਤ ਦੇ ਚੌਥੇ ਪਹਿਰ ਨੂੰ, ਜਦੋਂ ਸੂਰਜ ਚੜ੍ਹਨ ਵਿੱਚ 3 ਸਵਾ 3 ਘੰਟੇ ਬਾਕੀ ਹੋਣ, ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਉਂਝ ਅੰਮ੍ਰਿਤ ਵੇਲੇ 5 ਤਰ੍ਹਾਂ ਦੇ ਆਖੇ ਜੀ। ਜਦੋਂ ਗੁਰੂ ਜੀ ਦੀ ਹਜ਼ੂਰੀ ਚ ਆਉਣਾ, ਇਹ ਵੀ ਅੰਮ੍ਰਿਤ ਵੇਲਾ ਹੀ ਹੈ ਜੀ। ਗੁਰਸਿੱਖ ਨੂੰ ਗੁਰਸਿੱਖ ਮਿਲੇ, ਇਹ ਵੀ ਅੰਮ੍ਰਿਤ ਵੇਲਾ ਹੈ। ਜਵਾਨੀ ਨੂੰ ਵੀ ਅੰਮ੍ਰਿਤ ਵੇਲਾ ਮੰਨਿਆ ਗਿਆ ਹੈ। ਗੁਰਮੁਖਾਂ ਨੇ ਸਾਰੇ ਮਨੁੱਖੇ ਜੀਵਨ ਨੂੰ ਹੀ ਅੰਮ੍ਰਿਤ ਵੇਲਾ ਮੰਨਿਆ ਹੈ। ਗ੍ਰੰਥਾਂ ਵਿੱਚ ਪ੍ਰਚਲਿਤ ਹੈ, ਜਦੋਂ ਦਿਨ ਚੜ੍ਹਨ 'ਚ 3 ਕੁ ਘੰਟੇ ਰਹਿ ਜਾਣ, ਉਹਨੂੰ ਅੰਮ੍ਰਿਤ ਵੇਲਾ ਮੰਨਦੇ ਆ ਜੀ। ਉਹ ਗੱਜ ਕੇ ਆਖੋ ਵਾਹਿਗੁਰੂ। ਔਰ ਬਿਲਕੁਲ ਸੱਚਾਈ ਦੀ ਗੱਲ ਇਹ ਹੈਗੀ ਹੈ, ਸਭ ਤੋਂ ਜ਼ਿਆਦਾ ਨੀਂਦ ਵੀ ਉਦੋਂ ਹੀ ਸਤਾਉਂਦੀ ਹੈ ਜੀ। ਸਾਰੀ ਰਾਤ ਬੰਦਾ ਹਾਏ 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 ਕਰਦਾ ਰਹੇ, ਅੰਮ੍ਰਿਤ ਵੇਲੇ ਉਹਨੂੰ ਨੀਂਦ ਆ ਜਾਏਗੀ ਜੀ। ਕਲਯੁਗ ਨੇ ਜੋ ਪ੍ਰਭਾਵ ਪਾਉਣਾ। ਮਾਤਾ ਜੀ ਦੇ ਉੱਤੇ ਕਲਯੁਗ ਦਾ ਕੀ ਪ੍ਰਭਾਵ ਹੈ ਜੀ? ਮਾਤਾ ਜੀ ਉੱਠੇ ਆ, ਸਾਰੀ ਰਾਤ ਹੀ ਜਾਗਦੇ ਰਹੇ ਆ। ਜਦੋਂ ਉਹਨਾਂ ਵੇਖਿਆ ਹੁਣ ਅੰਮ੍ਰਿਤ ਵੇਲਾ ਹੋ ਗਿਆ, ਤੇ ਮਾਤਾ ਜੀ ਫਿਰ ਸਾਧ ਸੰਗਤ ਜੀ ਤਿਆਰੀ ਵਿੱਚ ਲੱਗਦੇ ਆ। ਹੁਣ ਉਹ ਪ੍ਰਸੰਗ ਜਿਹੜਾ ਆਪ ਜੀ ਨੇ ਸਰਵਣ ਕਰਨਾ। ਅੰਨ ਸੁੰਦਰ ਅੰਨ ਸੁਧਾਰਿਓ, ਰੁਚ ਕਰ ਪੀਸਨ ਲੱਗੀ ਆਪ ਉੱਠ ਪ੍ਰੀਤ। ਮਾਤਾ ਜੀ ਆਪ ਅੰਨ ਪੀਸਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਦਾਸੀ ਜਾਚ ਰਹੀ ਬਹੁ ਤੇਰੀ, ਤਰਜ ਤਰਜ ਬਰਜੀ ਡਿਢ ਚੀਤ। ਬੜੀਆਂ ਦਾਸੀਆਂ ਮਾਤਾ ਜੀ ਨੂੰ ਕਹਿਣ, ਮਾਤਾ ਜੀ ਅਸੀਂ ਆਟਾ ਪੀਸ ਦਿੰਦੀਆਂ। ਮਾਤਾ ਜੀ ਕਹਿੰਦੇ ਨਹੀਂ, ਇਹ ਮੇਰੀ ਸੇਵਾ ਮੈਂ ਹੀ ਕਰਾਂਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਹੱਥੀਂ ਜਿੰਨੀ ਸੇਵਾ ਹੋ ਜੇ ਸਾਧ ਸੰਗਤ ਦੀ, ਉਨੀ ਭਲੇ ਦੀ ਗੱਲ ਹੈ। ਹੁਣ ਅੱਗੋਂ ਕਥਾ ਸਰਵਣ ਕਰੀਏ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੱਜ ਕੇ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ। ਹਾਂਜੀ। ਵਾਹਿਗੁਰੂ ਸਾਹਿਬ ਜੀ। ਆਪਹਿ ਕਰੀ ਪਕਾਵਨ, ਕ੍ਰਿਤ ਜਤ ਪੰਚਨ ਕੋ ਪ੍ਰਸ਼ਾਦ ਕਰ ਤਿਆਰ। ਮਾਤਾ ਜੀ ਨੇ ਫਿਰ ਆਪ ਪ੍ਰਸ਼ਾਦਾ ਤਿਆਰ ਕੀਤਾ। ਆਪਹਿ ਕਰੀ ਪਕਾਵਨ, ਕ੍ਰਿਤ ਜੁਤ ਘਿਓ ਦੇ ਨਾਲ ਜੀ। ਪੰਚਨ ਕੋ ਪ੍ਰਸ਼ਾਦ ਕਰ ਤਿਆਰ। ਸਾਧ ਸੰਗਤ ਜੀ, ਪੰਚਾਂ ਦਾ ਭਾਵ ਗੁਰਮੁਖਾਂ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਮਾਤਾ ਜੀ ਨੇ ਜੀ। ਹਾਂਜੀ। ਛਾਛ ਧੂਪ ਦੇ ਸੰਗਨੀ ਸਵਾਦਲ, ਗਠੇ ਸਹਤ ਨਿਜ ਸਿਰ ਪਰ ਧਾਰ। ਮਾਤਾ ਗੰਗਾ ਜੀ ਨੇ ਪਹਿਲਾਂ ਆਪ ਚੱਕੀ ਪੀਸੀ, ਤਵਾ ਆਟਾ ਗੁੰਨਿਆ, ਮਿੱਸੇ ਪ੍ਰਸ਼ਾਦਿਆਂ ਦਾ ਤਵਾ ਗਰਮ ਕੀਤਾ, ਆਪ ਪ੍ਰਸ਼ਾਦੇ ਤਿਆਰ ਕਰਨ ਦੇ ਤੇ ਘਿਓ ਲਾਉਂਦੇ ਜੀ। ਹਾਂਜੀ। ਤੇ ਜਦੋਂ ਘਿਓ ਲਾਉਂਦੇ ਆ ਨਾ ਮਾਤਾ ਜੀ, ਤੇ ਮਨ 'ਚ ਬਾਬਾ ਬੁੱਢਾ ਜੀ ਦਾ ਧਿਆਨ ਧਾਰਿਆ ਹੈ ਜੀ। ਇਹ ਧੰਨ ਧੰਨ ਬਾਬਾ ਬੁੱਢਾ ਜੀ ਨੇ ਛਕਣੇ ਜੀ। ਛਾਛ ਧੂਪ ਦੇ ਸੰਗਨੀ ਸਵਾਦਲ, ਭਾਂਡੇ ਨੂੰ ਧੂਪ ਦਿੱਤੀ ਹੈ, ਉਹਦੇ 'ਚ ਸੰਗਣੀ ਲੱਸੀ ਪਾਈ ਹੈ ਮਾਤਾ ਜੀ ਨੇ ਜੀ। ਹਾਂਜੀ। ਉਹ ਸਾਰਾ ਕੁਝ ਇੱਕ ਟੋਕਰੀ 'ਚ ਪਾਇਆ ਜੀ। ਇੱਕ ਬੰਨੇ ਪ੍ਰਸ਼ਾਦੇ, ਨਾਲ ਹੀ ਲੱਸੀ ਦਾ ਬਰਤਨ ਰੱਖਿਆ ਜੀ। ਤੇ ਫਿਰ ਕੀ ਕੀਤਾ ਜੀ? ਗੱਠੇ ਸਹਿਤ ਨਿਜ ਸਿਰ ਧਰ ਧਾਰ। ਸਿਰ ਪਰ ਧਾਰ, ਗੰਢੇ ਲਏ ਜੀ ਮੋਟੇ ਮੋਟੇ ਜੀ। ਹਾਂਜੀ। ਗੰਢੇ ਲਏ, ਪ੍ਰਸ਼ਾਦੇ ਰੱਖੇ ਤੇ ਲੱਸੀ ਰੱਖੀ ਜੀ। ਤੇ ਉਹ ਟੋਕਰੀ 'ਚ ਪਾ ਕੇ ਨਾ, ਜਗਤ ਮਾਤਾ ਧੰਨ ਮਾਤਾ ਗੰਗਾ ਜੀ ਨੇ ਕਿੱਥੇ ਰੱਖਿਆ ਜੀ? ਸਾਰਾ ਕੁਝ ਸਿਰ ਤੇ ਰੱਖਿਆ। ਗੱਜ ਕੇ ਆਖੋ ਵਾਹਿਗੁਰੂ। ਪੁਰਾਣੀਆਂ ਮਾਈਆਂ ਦੇ ਆਮ ਹੀ ਦਰਸ਼ਨ ਹੁੰਦੇ ਸੀਗੇ ਜੀ। ਸਿਰ ਤੇ ਗੱਫਾ ਰੱਖ ਕੇ ਲੈ ਕੇ ਜਾਣਾ ਜੀ। ਹਾਂਜੀ। ਚਰਨ ਨਗਨ ਗਮਨੀ ਤਬ ਮਾਰਗ ਦਾ। ਉਸੇ ਵੇਲੇ ਹੀ ਫਿਰ ਮਾਤਾ ਜੀ ਸਾਧ ਸੰਗਤ ਜੀ ਤੁਰੇ ਗੁਰੂ ਕੇ ਮਹਿਲ ਤੋਂ ਜੀ। ਗੁਰੂ ਕੇ ਮਹਿਲ ਤੋਂ ਬੀੜ ਸਾਹਿਬ ਦਾ ਸਫ਼ਰ ਵੇਖ ਲਓ ਕਿੰਨਾ ਬਣ ਜਾਂਦਾ ਜੀ। ਹਾਂਜੀ। ਉਸ ਸਮੇਂ 18-19 ਕੋਹ ਸੀਗਾ ਜੀ। ਹੁਣ ਜ਼ਿਆਦਾ ਬਣਦਾ ਕਿਲੋਮੀਟਰਾਂ ਦੇ ਹਿਸਾਬ ਨਾਲ ਜੀ। ਮਾਤਾ ਜੀ ਨੇ ਚਰਨਾਂ ਵਿੱਚ ਜੋੜਾ ਨਹੀਂ ਪਾਇਆ ਜੀ। ਕਿਉਂ ਨਹੀਂ ਪਾਇਆ? ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਸੀਗਾ।
ਹਾਂਜੀ। ਦਾਸੀ ਦੋ ਇੱਕ ਚਲੀ ਪਿਛਾਰ। ਦੋ ਦਾਸੀਆਂ ਮਾਤਾ ਜੀ ਨੇ ਨਾਲ ਲਈਆਂ, ਵੱਡੀ ਭੀੜ ਨਹੀਂ ਲਈ ਜੀ ਨਾਲ ਜੀ, ਦੋ ਦਾਸੀਆਂ ਨਾਲ ਲਈਆਂ, ਉਹ ਪਿੱਛੇ ਪਿੱਛੇ ਤੁਰ ਪਈਆਂ ਜੀ। ਅੱਜ ਜਗਤ ਮਾਤਾ ਧੰਨ ਮਾਤਾ ਗੰਗਾ ਜੀ ਸੀਸ ਤੇ ਰੱਖ ਕੇ ਪ੍ਰਸ਼ਾਦਾ ਚਰਨਾਂ ਤੋਂ ਨੰਗੇ ਬੜਾ ਲੰਮਾ ਸਫ਼ਰ ਤੈਅ ਕਰਨ ਲਈ ਤੁਰੇ ਜੀ। ਹਾਂਜੀ। ਅਪਰ ਬਰਜ ਕਰ ਸਰਬ ਹਟਾਏ। ਬਾਕੀ ਸਾਰੇ ਹੀ ਮਾਤਾ ਜੀ ਨੇ ਕਹਿ ਦਿੱਤਾ ਵੀ ਤੁਸੀਂ ਪਰਾਂ ਹੋ ਜਾਓ ਭਾਈ, ਤੁਸੀਂ ਨਹੀਂ ਸਾਡੇ ਨਾਲ ਜਾਣਾ। ਕਿਉਂ? ਮਹਾਰਾਜ ਨੇ ਸਮਝਾਇਆ ਸੀ ਉੱਥੇ ਆਪਾਂ ਨਹੀਂ ਜਣਾਉਣਾ ਵੀ ਅਸੀਂ ਵੀ ਕੁਝ ਹੈਗੇ ਆ। ਹਾਂਜੀ। ਤੋ ਦੂਰ ਹੋਏ ਗਮਨੇ ਲਾਰ। ਫਿਰ ਵੀ ਉਹ ਪ੍ਰੇਮੀ ਮਾਤਾ ਜੀ ਤੋਂ ਤੇ ਪਰਾਂ ਹੋ ਗਏ ਜੀ, ਪਰ ਦੂਰ ਪਿੱਛੇ ਲੁਕ ਲੁਕ ਕੇ ਆਉਣ ਲੱਗ ਪਏ ਜੀ, ਲੁਕ ਲੁਕ ਕੇ ਆਉਣ ਲੱਗ ਪਏ। ਕਿਉਂ? ਉਹਨਾਂ ਨੂੰ ਫਿਕਰ ਹੈ ਮਾਤਾ ਜੀ ਇੰਨਾ ਲੰਮਾ ਰਸਤਾ ਜਾਣਾ, ਚਰਨਾਂ 'ਚ ਜੋੜਾ ਨਹੀਂ ਪਾਇਆ, ਸਿਰ ਤੇ ਭਾਰ ਰੱਖਿਆ। ਹਾਂਜੀ। ਭਇਓ ਸ਼ਰਮ ਗਮਨੀ ਜਬ ਮਾਰਗ। ਜਦੋਂ ਮਾਤਾ ਜੀ ਰਸਤੇ 'ਚ ਜਾ ਰਹੇ ਆ ਪਿਆਰਿਓ, ਕੋਮਲ ਚਰਨ ਨੇ, ਗੁਰੂ ਕੇ ਮਹਿਲ ਨੇ, ਤੁਰਦਿਆਂ ਤੁਰਦਿਆਂ ਚਰਨ ਥੱਕ ਗਏ ਜੀ। ਹਾਂਜੀ। ਤੋ ਨ ਲਿਆਵਤ ਭਈ ਮਨ ਮਾਹੇ। ਪਰ ਫਿਰ ਵੀ ਮਾਤਾ ਗੰਗਾ ਜੀ ਨੇ ਆਪਣੇ ਮਨ ਵਿੱਚ ਫੁਰਨਾ ਨਹੀਂ ਬਣਾਇਆ ਵੀ ਮੈਂ ਥੱਕ ਗਈ ਹਾਂ। ਚਾਅ ਜਿਹੜਾ ਹੈ ਨਾ, ਚਾਅ, ਉਸ ਭਾਵੇਂ ਸਰੀਰ ਜਿੰਨਾ ਮਰਜ਼ੀ ਥੱਕਿਆ ਹੋਵੇ, ਚਾਅ ਨਹੀਂ ਤੇ ਬੰਦੇ ਨੂੰ ਥੱਕਣ ਦਿੰਦਾ ਜੀ। ਹਾਂਜੀ। ਸੀਸ ਉਠਾਇਓ ਦੁਖਤ ਭਇਓ ਬਹੁ। ਹਾਂਜੀ। ਗਿਨਤ ਨਹੀਂ ਚਿਤ ਚੌਪ ਸੋ ਤਾਹੇ। ਸੀਸ ਦੇ ਉੱਤੇ ਪ੍ਰਸ਼ਾਦਾ ਰੱਖਿਆ, ਚਰਨ ਨੰਗੇ ਨੇ, ਸਰੀਰ ਨੂੰ ਕਸ਼ਟ ਤੇ ਹੋ ਰਿਹਾ, ਪਰ ਮਾਤਾ ਜੀ ਦੇ ਮਨ ਵਿੱਚ ਚਾਅ ਹੈ, ਤੇ ਚਾਅ ਵਿੱਚ ਕਸ਼ਟ ਜਿਹੜਾ ਉਹ ਲੁਕ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬਾਣੀ 'ਚ, ਕਹਿੰਦੇ ਕਰਹਿ ਭਗਤ ਆਤਮ ਕੈ ਚਾਹੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸਿੱਖਾ ਭਗਤੀ ਕਰਿਆ ਕਰ ਚਾਅ ਨਾਲ, ਬੱਦੋ ਰੁੱਟੀ ਨਾ ਕਰਿਆ ਕਰ। ਜਦੋਂ ਚਾਅ ਪੈਦਾ ਹੋ ਜੇ ਨਾ ਜੀ ਕਿਸੇ ਕੰਮ ਦਾ, ਫਿਰ ਦੁੱਖ ਨਹੀਂ ਬੰਦਾ ਵੇਖਦਾ ਜੀ। ਮਾਤਾ ਜੀ ਦੇ ਮਨ 'ਚ ਚਾਅ ਹੀ ਇੰਨਾ ਪੈਦਾ ਹੋਇਆ ਵੀ ਮਾਤਾ ਜੀ ਦੁੱਖ ਨਹੀਂ ਦੇਖ ਰਹੇ ਜੀ। ਹਾਂਜੀ। ਮਹਿਮਾ ਸਿੱਖਣ ਕੀ ਵੱਡ ਪਰਖਤ, ਤਰਹ ਭਾਵ ਗੁਰ ਸੇਵਕ ਮਾਹੇ। ਵੇਖ ਲੋ ਮਾਤਾ ਜੀ ਗੁਰੂ ਦੇ ਸਿੱਖਾਂ ਦੀ ਮਹਿਮਾ ਅੱਜ ਸਮਝ ਰਹੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ 'ਚ ਸਿੱਖਾਂ ਦੀ ਵੀ ਬੜੀ ਮਹਿਮਾ ਹੈ, ਬੜੀ ਮਹਿਮਾ ਹੈ, ਬੜੀ ਵਡਿਆਈ ਹੈ। ਸ਼ਰਧਾ ਰੱਖੀ ਸੇਵਕ ਵਿੱਚ ਗੁਰੂ ਘਰ ਦੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਜਦੋਂ ਮਾਤਾ ਜੀ ਨੂੰ ਮਾੜੀ ਜੀ ਥਕਾਨ ਮਹਿਸੂਸ ਹੋਵੇ, ਬਾਬਾ ਬੁੱਢਾ ਜੀ ਦਾ ਧਿਆਨ ਧਾਰ ਲੈਣ ਜੀ। ਹਾਂਜੀ। ਕੌਣ ਵਸਤ ਹੈ ਦੁਰਲਭ ਤਿਨਹੁ, ਕਹੋ ਧੰਨ ਪੁਰਖ ਸਭ ਬਿਖੈ ਕਹਾਹੇ। ਕਹਿਣ ਲੱਗੇ ਭਾਈ ਸਿੱਖੋ, ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਗੁਰੂ ਦੇ ਸਿੱਖਾਂ ਦੇ ਵਿੱਚ ਸਿਦਕ ਰੱਖਿਓ, ਭਰੋਸਾ ਰੱਖਿਓ, ਉਹਨਾਂ ਕੋਲੋਂ ਅਰਦਾਸ ਕਰਾਇਓ, ਇਹੋ ਜਿਹੀ ਕੋਈ ਦੁਰਲਭ ਵਸਤੂ ਨਹੀਂ ਜਿਹੜੀ ਤੁਹਾਨੂੰ ਮਿਲੇ ਨਾ। ਕਹਿਣ ਲੱਗੇ ਇਸੇ ਕਰਕੇ ਗੁਰਸਿੱਖਾਂ ਨੂੰ ਲੋਕ ਧੰਨ ਧੰਨ ਕਹਿੰਦੇ ਆ, ਧੰਨ ਧੰਨ ਕਹਿੰਦੇ ਆ। ਇਹ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਜੀ। ਮਾਤਾ ਜੀ ਦੇ ਮਨ 'ਚ ਬੜਾ ਹੀ ਚਾਅ। ਸੰਗਤ ਜੀ ਉਸ ਦਿਨ ਤੋਂ ਬਾਅਦ ਪਰਪਾਟੀ ਚੱਲੀ ਜੀ। ਇੱਥੇ ਸੰਗਤ 'ਚ ਗੁਰਮੁਖ ਪਿਆਰੇ ਆਉਂਦੇ ਹੁੰਦੇ ਸੀਗੇ, ਤੇ ਹੁਣ ਵੀ ਆਉਂਦੇ ਆ, ਵੈਸੇ ਅੱਗੋਂ ਪਿੱਛੋਂ ਆਉਂਦੇ ਆ। ਉਹਨਾਂ ਦੇ ਪੁੱਤ ਤੇ ਨੌਂ ਦੋਵੇਂ ਇੱਥੋਂ ਜੀ ਨੰਗੇ ਪੈਰ ਹਰ ਸੰਗਰਾਂਦ ਦੀ ਸੰਗਰਾਂਦ ਜਾਂਦੇ ਹੁੰਦੇ ਸੀ ਬੀੜ ਸਾਹਿਬ ਤੁਰ ਕੇ ਜੀ, ਨੰਗੇ ਪੈਰ ਤੁਰ ਕੇ ਜਾਣਾ ਜੀ। ਹਾਂਜੀ। ਪ੍ਰਸ਼ਾਦੇ ਲੈ ਕੇ ਜਾਣੇ, ਤੇ ਪੁੱਤ ਮਿਲਿਆ ਉਹਨਾਂ ਨੂੰ ਬੜਾ ਨੇਕ ਜੀ, ਬਹੁਤ ਨੇਕ, ਸਾਊ, ਪੜ੍ਹਾਈ 'ਚ ਵੀ ਹੁਸ਼ਿਆਰ, ਤੇ ਗੁਰੂ ਘਰ ਦੀ ਲਗਨ ਵਾਲਾ ਮਿਲਿਆ ਜੀ। ਹਾਂਜੀ। ਪਹੁੰਚੀ ਜਾਏ ਸੋ ਬੀਚ ਭੀੜ ਕੇ, ਆਗੇ ਬਿਰਧ ਸੋ ਛੁਦਤ ਵਿਸਾਲ। ਉਧਰ ਸੁਣਿਓ ਧਿਆਨ ਨਾਲ ਜੀ, ਬਾਬਾ ਬੁੱਢਾ ਸਾਹਿਬ ਨੇ ਉਸ ਦਿਨ ਪ੍ਰਸ਼ਾਦਾ ਹੀ ਨਹੀਂ ਸੀ ਛਕਿਆ ਜੀ। ਕਿਉਂ? ਬਾਬਾ ਜੀ ਨੂੰ ਪਤਾ ਸੀ ਸਾਡੀ ਮਾਂ ਆ ਰਹੀ ਹੈ। ਪ੍ਰਸ਼ਾਦਾ ਲੈ ਕੇ ਉੱਥੇ ਕਿਹੜੀਆਂ ਗੱਲਾਂ ਵੀ ਫੋਨ ਕਰਕੇ ਦੱਸਣਾ ਵੀ ਮੈਂ ਆ ਰਹੀ ਹਾਂ, ਪ੍ਰਸ਼ਾਦਾ ਨਾ ਛਕਿਓ। ਉੱਥੇ ਤੇ ਅੰਦਰ ਦੀਆਂ ਗੱਲਾਂ ਜਾਣਦੇ ਜੀ ਇੱਕ ਦੂਜੇ ਦੀਆਂ ਜੀ। ਕਹਿੰਦੇ ਪਹੁੰਚੀ ਜਾਏ ਸੋ ਬੀਚ ਭੀੜ ਕੇ, ਜੰਗਲ ਵਿੱਚ ਮਾਤਾ ਜੀ ਪਹੁੰਚ ਗਏ ਬੀੜ ਸਾਹਿਬ। ਬ੍ਰਿਧ ਆਗੇ ਬ੍ਰਿਧ ਸੋ ਸ਼ੁੱਧਤ ਵਿਸਾਲ, ਅੱਗੇ ਬਾਬਾ ਬੁੱਢਾ ਜੀ ਨੂੰ ਵੀ ਬੜੀ ਭੁੱਖ ਲੱਗੀ ਸੀਗੀ ਜੀ। ਹਾਂਜੀ।
ਤਿਸ ਨਿਸ ਤਹਿ ਭੋਜਨ ਕੋ ਕੀਨਸ ਆਦਿਕ ਤ੍ਰਿਖਤ ਬੈਠਿਓ ਤਿਸ ਕਾਲ। ਕਾਰਨ ਜਦੋਂ ਰਾਤ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਦੱਸ ਰਹੇ ਸਨ ਨਾ, ਇਸ ਤਰ੍ਹਾਂ ਆਟਾ ਕਰਨਾ ਹੈ, ਇਸ ਤਰ੍ਹਾਂ ਪ੍ਰਸ਼ਾਦੇ ਬਣਾਉਣੇ ਹੈ, ਇਸ ਤਰ੍ਹਾਂ ਲੱਸੀ ਲੈਣੀ, ਇਸ ਤਰ੍ਹਾਂ ਗੰਢੇ ਲੈਣੇ ਹੈ, ਇਤਨੋਂ ਗੁਰੂ ਅਰਜਨ ਸਾਹਿਬ ਮਾਤਾ ਜੀ ਨੂੰ ਸਮਝਾ ਰਹੇ ਸਨ। ਉਧਰੋਂ ਸੇਵਕ ਬਾਬਾ ਬੁੱਢਾ ਜੀ ਦੇ ਅੱਗੇ ਪ੍ਰਸ਼ਾਦੇ ਦਾ ਥਾਲ ਲੈ ਕੇ ਪਹੁੰਚ ਗਿਆ। ਜਦੋਂ ਸਮਝਾ ਰਹੇ ਸਨ ਨਾ ਰਾਤ ਨੂੰ, ਤੇ ਬਾਬਾ ਬੁੱਢਾ ਜੀ ਨੂੰ ਤੇ ਪਹਿਲਾਂ ਹੀ ਪਤਾ ਸੀ ਸਾਰੀਆਂ ਗੱਲਾਂ ਦਾ। ਬਾਬਾ ਬੁੱਢਾ ਸਾਹਿਬ ਸੇਵਕ ਨੂੰ ਕਹਿੰਦੇ, ਨਾ ਨਾ, ਦਿਨੇ ਮਾਤਾ ਨੇ ਪ੍ਰਸ਼ਾਦਾ ਲੈ ਕੇ ਆਉਣਾ, ਉਹ ਛਕਾਂਗੇ। ਕਹਿਣ ਲੱਗੇ ਕੋਈ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਵੇ, ਉਹਦੇ ਵਾਸਤੇ ਭੁੱਖ ਵੀ ਚੰਗੀ ਲੱਗੀ ਹੋਣੀ ਚਾਹੀਦੀ ਹੈ ਨਾ ਫਿਰ। ਹਾਂਜੀ, ਬਾਬਾ ਜੀ ਨੂੰ ਪਤਾ ਲੱਗ ਗਿਆ ਸੀ ਵੀ ਦਿਨੇ ਮਾਤਾ ਜੀ ਨੇ ਆਉਣਾ। ਬਾਬਾ ਜੀ ਨੇ ਰਾਤ ਹੀ ਨਹੀਂ ਸੀ ਪ੍ਰਸ਼ਾਦਾ ਛਕਿਆ ਜੀ। ਹਾਂਜੀ, ਜਬ ਹੈ ਗੰਗ ਕੋ ਆਵਤ ਦੇਖਿਓ ਤਤ ਛਿਨ ਉਠਿਓ ਪ੍ਰੀਤ ਕੇ ਨਾਲ। ਦੋ ਦਾਸੀਆਂ ਮਗਰ ਨੇ, ਧੰਨ ਮਾਤਾ ਗੰਗਾ ਜੀ ਨੇ ਸਿਰ ਤੇ ਟੋਕਰਾ ਰੱਖਿਆ, ਚਰਨਾਂ ਦੇ ਵਿੱਚ ਜੋੜਾ ਨਹੀਂ ਪਾਇਆ, ਸਫੇਦ ਰੰਗ ਦੇ ਬਸਤਰ ਪਾਏ ਐ। ਬਾਬਾ ਜੀ ਕੋਲ ਜਾਣਾ ਸਾਦਗੀ ਦੇ ਵਿੱਚ ਜੀ। ਜਦੋਂ ਮਾਤਾ ਜੀ ਨੂੰ ਆਉਂਦਿਆਂ ਦੇਖਿਆ, ਧੰਨ ਬਾਬਾ ਬੁੱਢਾ ਸਾਹਿਬ ਪਹਿਲਾਂ ਹੀ ਤਿਆਰੀ ਵਿੱਚ ਸਨ। ਉਸੇ ਵੇਲੇ ਹੀ ਬਾਬਾ ਜੀ ਉੱਠੇ ਜੀ, ਉਸੇ ਵੇਲੇ ਹੀ ਉੱਠੇ ਜੀ, ਬੜਾ ਪਿਆਰ ਧਾਰ ਕੇ ਉੱਠੇ। ਚੇਤਾ ਰੱਖਿਓ, ਕਿਸੇ ਦੇ ਆਇਆਂ ਦਾ ਜਿਹੜਾ ਚਾਅ ਹੈ ਨਾ, ਉਹ ਬੰਦੇ ਦੀਆਂ ਅੱਖਾਂ ਵਿੱਚ ਪ੍ਰਗਟ ਹੋ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਕਿਸੇ ਦੇ ਆਇਆਂ ਦਾ ਜਿਹੜਾ ਚਾਅ ਹੈ ਨਾ, ਉਹ ਬੰਦੇ ਦੀਆਂ ਅੱਖਾਂ ਵਿੱਚ ਪ੍ਰਗਟ ਹੋ ਜਾਂਦਾ। ਜੇ ਅੱਖਾਂ ਹੀ ਦੱਸ ਦਿੰਦੀਆਂ ਵੀ ਇਹਨੂੰ ਚਾਅ ਚੜਿਆ ਕਿ ਨਹੀਂ ਚੜਿਆ ਜੀ। ਬਾਬਾ ਜੀ ਨੂੰ ਚਾਅ ਚੜਿਆ ਜੀ, ਬੜੇ ਪ੍ਰੇਮ ਨਾਲ ਉੱਠੇ ਬਾਬਾ ਜੀ। ਹਾਂਜੀ, ਧੰਨ ਮਾਤ ਹੋ ਉਚਿਤ ਸਦਨ ਗੁਰ ਮਮ ਕਾਰਨ ਆਈ ਪਗ ਨਾਲ। ਤੇ ਉਸੇ ਵੇਲੇ ਬਾਬਾ ਜੀ ਉੱਠ ਕੇ ਹੱਥ ਜੋੜ ਕੇ ਕਹਿੰਦੇ, ਮਾਂ ਧੰਨ ਹੈ ਤੂੰ। ਕਹਿਣ ਲੱਗੇ, ਧੰਨ ਹੋ ਤੁਸੀਂ, ਮੇਰੇ ਕਰਕੇ ਨੰਗੇ ਪੈਰ ਆਏ। ਕਹਿਣ ਲੱਗੇ, ਮੇਰੇ ਕਰਕੇ ਨੰਗੇ ਪੈਰ ਆਏ ਇੱਥੇ। ਹਾਂਜੀ, ਡੋਰੇ ਸੇ ਅੰਦਨ ਜੋਗ ਗਮਨ ਹਿਤ ਪੁਨ ਲਿਆਈ ਸਿਰ ਭਾਰ ਉਠਾਏ। ਵੇਖ ਲਓ, ਜਦੋਂ ਬੰਦਾ ਨੀਵਾਂ ਹੋ ਕੇ ਆਵੇ, ਉੱਚੇ ਹੋਣ ਦੀਆਂ ਵਡਿਆਈਆਂ ਆਪੇ ਮਿਲ ਜਾਂਦੀਆਂ ਜੀ। ਤੇ ਜਦੋਂ ਉੱਚਾ ਬਣ ਕੇ ਆਵੇ, ਉਦੋਂ ਕੰਮ ਉਲਟ ਹੋ ਜਾਂਦਾ ਜੀ। ਮਾਤਾ ਜੀ ਨੂੰ ਬਾਬਾ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ, ਮਾਂ ਤੁਹਾਨੂੰ ਤੇ ਰੱਥ ਤੇ ਚੜ੍ਹ ਕੇ ਆਉਣਾ ਚਾਹੀਦਾ ਸੀ, ਤੁਸੀਂ ਤੇ ਸਤਿਕਾਰਯੋਗ ਹੋ, ਪੂਜਨੀਕ ਹੋ, ਤੁਸੀਂ ਤੇ ਰੱਥ ਤੇ ਚੜ੍ਹ ਕੇ ਆਉਂਦੇ ਤੇ ਚੰਗਾ ਸੀਗਾ। ਕਹਿਣ ਲੱਗੇ, ਤੇ ਉੱਤੋਂ ਤੁਸੀਂ ਨਗਨ ਪੈਰ ਆਏ, ਸਿਰ ਦੇ ਉੱਤੇ ਪ੍ਰਸ਼ਾਦਾ ਰੱਖਿਆ ਨਾ। ਕਹਿਣ ਲੱਗੇ, ਤੇ ਵੇਖ ਲਓ ਜਦੋਂ ਰੱਥ ਤੇ ਆਏ ਉਦੋਂ ਕੀ ਬਣਿਆ ਜੀ। ਹਾਂਜੀ, ਕਿਉਂ ਨਾ ਆਸ ਪੂਰਨ ਹੋਏ ਤੇਰੀ, ਸਭ ਤੇ ਵੱਡੀ ਬੋਹਰ ਇਮ ਆਏ। ਤੇ ਸਾਧ ਸੰਗਤ ਜੀ, ਬਾਬਾ ਜੀ ਆਪ ਮਾਤਾ ਜੀ ਦੇ ਸਿਰ ਤੋਂ ਟੋਕਰਾ ਲਾਉਣ ਲੱਗੇ ਜੀ। ਨਾਲ ਲੱਗ ਕੇ ਲਵਾਈ ਦਾ ਨਾ, ਬਾਬਾ ਜੀ ਆਪ ਲਵਾਉਣ ਲੱਗੇ, ਤੇ ਉਦੋਂ ਹੀ ਬਚਨ ਛੱਡ ਦਿੱਤਾ ਜੀ। ਕਹਿੰਦੇ, ਸਾਡੀ ਮਾਂ ਇਸ ਤਰ੍ਹਾਂ ਆਈ ਹੈ, ਮਾਂ ਹੰਕਾਰ ਛੱਡ ਕੇ ਨੀਵੇਂ ਮਨ ਨਾਲ ਆਏ ਹੋ। ਕਹਿਣ ਲੱਗੇ, ਜਿਸ ਤਰੀਕੇ ਨਾਲ ਆਏ ਹੋ, ਵੱਡੇ ਹੋ ਕੇ ਵੀ ਨੀਵੇਂ ਹੋ ਕੇ ਆਏ ਹੋ, ਤੁਹਾਡੀ ਆਸ ਕਿਉਂ ਨਹੀਂ ਪੂਰੀ ਹੋਏਗੀ। ਕਹਿਣ ਲੱਗੇ, ਬਚਨ ਤੇ ਉਦੋਂ ਹੀ ਛੱਡ ਦਿੱਤਾ ਜੀ ਬਾਬਾ ਜੀ ਨੇ। ਇੱਥੇ ਕਹਿਣ ਦੀ ਕੀ ਲੋੜ, ਇੱਥੇ ਤੇ ਦਿਲ ਦੀਆਂ ਜਾਣਦੇ ਨੇ ਜੀ। ਹਾਂਜੀ, ਕਿਸੂ ਪ੍ਰਕਾਰ ਹੰਕਾਰ ਨਾ ਕੀਨਸ, ਮਨ ਨੀਵੇਂ ਬਨ ਪ੍ਰੇਮ ਵਢਾਏ। ਕਿਸੇ ਤਰੀਕੇ ਨਾਲ ਵੀ ਹੰਕਾਰ ਨਹੀਂ ਕੀਤਾ, ਇੰਨਾ ਮਨ ਨੀਵਾ ਰੱਖਿਆ ਤੁਸਾਂ, ਇੰਨਾ ਮਨ ਨੀਵਾ ਰੱਖਿਆ, ਤੁਹਾਡੀ ਆਸ ਕਿਉਂ ਨਹੀਂ ਪੂਰੀ ਹੋਏਗੀ। ਕਹਿਣ ਲੱਗੇ, ਹਾਂਜੀ, ਇਮ ਕਹਿ ਮਿਲੇ ਉਤਾਰਿਓ ਸਿਰ, ਤੇ ਮਾਤ ਜੋਰ ਕਰ ਨਮੋ ਕਰਾਏ। ਇਹ ਕਹਿੰਦਿਆਂ ਮਾਤਾ ਜੀ ਦੇ ਸਿਰ ਤੋਂ ਉਹ ਟੋਕਰਾ ਹੇਠਾਂ ਉਤਾਰਿਆ। ਜਦੋਂ ਟੋਕਰਾ ਉਤਾਰਿਆ, ਧੰਨ ਮਾਤਾ ਗੰਗਾ ਜੀ ਨੇ ਬਾਬਾ ਜੀ ਦੇ ਬਜ਼ੁਰਗ ਸਰੀਰ ਦੇ ਦਰਸ਼ਨ ਕੀਤੇ, ਤੇ ਦੋਵੇਂ ਹੱਥ ਜੋੜ ਲਏ ਜੀ। ਹੱਥ ਜੋੜ ਕੇ ਨਮਸਕਾਰ ਕੀਤੀ ਬਾਬਾ ਜੀ ਨੂੰ। ਸੁਰਤ 'ਚ ਕਿਤੇ ਸੋਚ ਕੇ ਵੇਖੋ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਿੱਡੇ ਸੋਹਣੇ ਲੱਗਦੇ ਹੋਣਗੇ ਜੀ। ਹਾਂਜੀ, ਮਾਟ ਰੋਟ ਕਾ ਗੱਠੇ ਸੰਗ ਕਰ, ਬਿਰਧ ਤਬ ਸਵਾਦਲ ਕਰ ਕਰ ਖਾਏ। ਤੇ ਬਸ ਫਿਰ ਕੀ ਸੀ, ਬਾਬਾ ਜੀ ਨੇ ਟਾਈਮ ਨਹੀਂ ਪੈਣ ਦਿੱਤਾ ਜੀ, ਵੀ ਲਿਆਓ ਹੱਥ ਧੋਨੇ ਆ, ਇਸ ਤਰ੍ਹਾਂ ਕਰਦੇ ਆ।
ਹੱਥ ਕੀਤੇ, ਲਿਆਓ ਮਾਤਾ ਜੀ ਪ੍ਰਸ਼ਾਦਾ ਰੱਖੋ। ਮਾਤਾ ਜੀ ਨੇ ਪ੍ਰਸ਼ਾਦਾ ਦਿੱਤਾ ਜੀ। ਮੋਟ ਰੋਟ ਕਾ ਗੱਠੇ ਸੰਗ ਕਰ, ਗੰਢਾ ਫੜਿਆ ਤੇ ਗੰਢਾ ਭੰਨਿਆ ਜੀ ਬਾਬਾ ਜੀ ਨੇ ਜੀ। ਹਾਂਜੀ, ਤੇ ਫਿਰ ਤਬ ਸਵਾਦਲ ਕਰ ਖਾਏ, ਬੜੇ ਸਵਾਦ ਨਾਲ ਨਾ ਜੀ, ਨਾਲੇ ਪ੍ਰਸ਼ਾਦਾ ਛਕਣ ਤੇ ਨਾਲੇ ਗੰਢਾ ਛਕਣ ਜੀ। ਹਾਂਜੀ, ਪਾਨ ਸ਼ੋਸ਼ ਕਰ ਕਵਰ ਪਾਏ, ਮੁਖ ਰੁਚ ਕਰ ਭੋਜਨ ਰਹਿਓ ਅਗਾਏ। ਵੇਖੋ ਪ੍ਰਸ਼ਾਦੇ ਉੱਤੇ ਹੀ ਗੰਢਾ ਰੱਖਿਆ, ਗਰਾਹੀ ਬਣਾਉਂਦੇ ਆ, ਛਕ ਦੇ ਨਾਲ ਗੰਢਾ ਛਕਦੇ ਆ, ਤੇ ਫਿਰ ਬਾਬਾ ਜੀ ਖੁਸ਼ ਹੋਏ ਤੇ ਨਾਲ ਲੱਸੀ ਛਕਣ ਦੇ ਨੇ ਜੀ। ਲੱਸੀ ਛਕਣ ਦੇ, ਚੇਤਾ ਰੱਖਿਓ ਕਈ ਬਾਬਾ ਜੀ ਦੀ ਰੀਸ ਕਰਦੇ ਆ, ਸਲਾਦ 'ਚ ਗੰਢਾ ਮੰਗਦੇ ਆ, ਪਰ ਇੱਕ ਗੱਲ ਚੇਤਾ ਰੱਖਿਓ, ਸਾਰੀਆਂ ਗੱਲਾਂ ਦਾ ਗਿਆਨ ਹੋਣਾ ਚਾਹੀਦਾ ਜੀ। ਅਭਿਆਸੀ ਪੁਰਸ਼ ਕੱਚਾ ਗੰਢਾ ਨਹੀਂ ਖਾਂਦੇ ਜੀ। ਹਾਂਜੀ, ਤੇ ਜੇ ਖਾਣਾ ਵੀ ਹੈ ਨਾ ਸਲਾਦ 'ਚ, ਜਿਵੇਂ ਵਿਆਹਾਂ ਦੇ ਵਿੱਚ ਟੇਬਲਾਂ ਤੇ ਪਹਿਲਾਂ ਹੀ ਗੰਢੇ ਕੱਟ ਕੱਟ ਰੱਖੇ ਹੁੰਦੇ ਆ, ਉਹ ਗੰਢੇ ਖਾ ਲਓ ਤੁਸੀਂ ਸਲਾਦ, ਤੁਸੀਂ ਬਾਣੀ ਨਹੀਂ ਪੜ੍ਹ ਸਕਦੇ ਜੀ। ਚੇਤਾ ਰੱਖਿਓ। ਬੀਬੀਆਂ ਕੀ ਕਰਦੀਆਂ, ਤੜਕਾ ਦੁਪਹਿਰੇ ਲਾਉਣਾ ਹੁੰਦਾ, ਗੰਢੇ ਸਵੇਰੇ ਹੀ ਕੱਟ ਲੈਂਦੀਆਂ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਇਕੱਠੇ ਹੀ ਕੱਟ ਲੈਂਦੀਆਂ ਨੇ ਜੀ। ਉਹ ਵੀ ਗੰਢੇ ਜ਼ਹਿਰ 'ਚ। ਲੰਗਰਾਂ 'ਚ ਇਸ ਤਰ੍ਹਾਂ ਹੁੰਦਾ, ਸਵੇਰੇ ਦਾਲ ਬਣਨੀ, ਸੰਗਤਾਂ ਸ਼ਾਮੀ ਗੰਢੇ ਕੱਟ ਦਿੰਦੀਆਂ ਜੀ। ਇਹ ਮਰਜ਼ਾਦਾ ਨਹੀਂ ਹੈ। 10 ਮਿੰਟ ਤੋਂ ਵੱਧ ਗੰਢਾ ਛਿਲਿਆ ਰਵੇ ਤੇ ਕੱਟਿਆ ਰਵੇ, ਉਹ ਮਾੜੀਆਂ ਕਿਰਨਾਂ ਆਪਣੇ ਵਿੱਚ ਖਿੱਚਣ ਲੱਗ ਪੈਂਦਾ ਹੈ ਜੀ। 10 ਮਿੰਟ ਤੋਂ ਵੱਧ, ਇਹਨੂੰ ਪੱਕਾ ਚੇਤਾ ਰੱਖੋ। ਜੇ ਖਾਣਾ ਵੀ ਹੈ ਤੇ ਉਸੇ ਵੇਲੇ ਬਾਬਾ ਜੀ ਨੇ ਭੰਨ ਕੇ ਛਕਿਆ ਜੀ, ਉਸੇ ਵੇਲੇ ਹੀ ਗੱਜ ਕੇ ਆਖੋ ਵਾਹਿਗੁਰੂ। ਕਿਉਂ ਛਕਣ ਛਕਾਉਣ ਦਾ ਪਤਾ ਹੋਣਾ ਚਾਹੀਦਾ, ਕੀ ਖਾਣਾ ਹੈ ਕੀ ਨਹੀਂ ਖਾਣਾ ਹੈ ਜੀ। 10 ਮਿੰਟ ਗੰਢਾ ਪੱਕਿਆ ਰਹਿ ਗਿਆ, ਉਹ ਕਿਸੇ ਕੰਮ ਦਾ ਨਹੀਂ ਰਿਹਾ ਜੀ। ਕੱਟਿਆ ਰਹਿ ਗਿਆ ਜੀ, ਕੱਚਾ, ਕਿਸੇ ਕੰਮ ਦਾ ਨਹੀਂ। ਗੰਢਾ ਭੰਨਦੇ ਆ, ਪ੍ਰਸ਼ਾਦੇ ਤੇ ਰੱਖਦੇ ਆ, ਪ੍ਰਸ਼ਾਦੇ ਨਾਲ ਗੰਢਾ ਛਕਦੇ ਆ, ਨਾਲ ਲੱਸੀ ਪੀਂਦੇ ਆ। ਹਾਂਜੀ, ਸੁਤ ਕੋ ਸ਼ੁਦਤ ਜਾਨਨ ਜਬ ਜਾਨਤ, ਸਭ ਤਜ ਕਰਤ ਸਕੋ ਤ੍ਰਿਪਤਾਏ। ਵਾਹ ਵਾਹ। ਤੇ ਬਾਬਾ ਜੀ ਨਾਲ ਨਾਲ ਬਚਨ ਕਰਨ ਦੇ, ਕਹਿੰਦੇ ਮਾਵਾਂ ਨੂੰ ਹੀ ਪਤਾ ਹੁੰਦਾ ਵੀ ਪੁੱਤਰਾਂ ਨੂੰ ਭੁੱਖ ਲੱਗੀ ਹੈ। ਵੇਖੋ ਕਿੱਥੇ ਮਾਤਾ ਜੀ ਦੀ ਉਮਰ ਤੇ ਕਿੱਥੇ ਬਾਬਾ ਜੀ ਦੀ ਉਮਰ ਜੀ। ਮਾਵਾਂ ਨੂੰ ਹੀ ਪਤਾ ਹੁੰਦਾ ਪੁੱਤਰਾਂ ਨੂੰ ਭੁੱਖ ਲੱਗੀ, ਤਾਈਓ ਤੇ ਮਾਂ ਸਾਡੀ ਸਾਰਾ ਕੁਝ ਛੱਡ ਕੇ ਹੀ ਮੇਰੇ ਕੋਲ ਆ ਗਈ ਕਹਿਣ ਲੱਗੇ। ਹਾਂਜੀ, ਤਿਮ ਹੈ ਮਾਤਾ ਮੋਹਿ ਤ੍ਰਿਪਤਾਇਸ, ਸ਼ੁਦਤ ਤ੍ਰਿਖਤ ਲਖ ਹੈ ਸਹਸਾਏ। ਜਿਵੇਂ ਆਮ ਮਾਤਾ ਆਪਣੇ ਪੁੱਤਰ ਨੂੰ ਭੁੱਖਿਆਂ ਵੇਖ ਕੇ ਪ੍ਰਸ਼ਾਦੇ ਦਾ ਪ੍ਰਬੰਧ ਕਰਦੀ ਹੈ, ਲਾਗੇ ਪ੍ਰੇਮੀਆਂ ਨੂੰ ਕਹਿਣ ਲੱਗੇ ਵੇਖੋ ਮੇਰੇ ਵਾਸਤੇ ਵੀ ਮਾਤਾ ਜੀ ਮੈਨੂੰ ਭੁੱਖਿਆਂ ਵੇਖ ਕੇ ਸਾਰਾ ਕੁਝ ਹੀ ਛੱਡ ਕੇ ਆ ਗਏ। ਪਤਾ ਸੀ ਪੁੱਤ ਨੇ ਰਾਤ ਦਾ ਪ੍ਰਸ਼ਾਦਾ ਨਹੀਂ ਛਕਿਆ। ਵਡਿਆਈ ਦੇਣੀ ਜੀ ਦੂਜੇ ਨੂੰ ਜੀ, ਬੜੀ ਵੱਡੀ ਕਲਾ 'ਚ। ਝਿੜਕਾਂ ਮਾਰ ਲੈਣੀਆਂ, ਨਿੰਦਿਆ ਕਰ ਲੈਣੀ, ਦਬਕੇ ਮਾਰ ਲੈਣੇ, ਸਭ ਨੂੰ ਆਉਂਦੇ ਆ। ਵਡਿਆਈ ਦੇਣੀ ਕਿਸੇ ਵਿਰਲੇ ਨੂੰ ਆਉਂਦੀ ਹੈ ਜੀ। ਹਾਂਜੀ, ਗੰਗਾ ਸੁਨ ਕਰ ਬਿਨ ਬਖਾਨੀ, ਸੁਕਚਤ ਦੀਨ ਮਨਾ ਕਰ ਜੋਰ। ਮਾਤਾ ਗੰਗਾ ਜੀ ਨੇ ਨਾ ਜੀ ਹੱਥ ਜੋੜੇ ਜੀ, ਬਾਬਾ ਜੀ ਦੇ ਬਚਨ ਸੁਣ ਕੇ ਹੱਥ ਜੋੜੇ ਤੇ ਬੜਾ ਸੰਕੋਚ ਕਰਦੇ ਹੋਇਆ ਬੇਨਤੀ ਕੀਤੀ ਮਾਤਾ ਜੀ ਨੇ। ਹਾਂਜੀ, ਗਾਦੀ ਕੋ ਮਾਲਕ ਸ਼ੁਭ ਬਖਸ਼ੋ, ਸ਼ਰਨ ਪਰੀ ਦਾਸੀ ਮੈਂ ਤੋਰ। ਮਾਤਾ ਜੀ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਮੈਂ ਤੇ ਤੁਹਾਡੀ ਦਾਸੀ ਸੇਵਾ ਕਰਨ ਵਾਲੀ ਆ ਕਹਿਣ ਲੱਗੇ। ਕਿਰਪਾ ਕਰੋ, ਬਚਨ ਕਰੋ, ਗੱਦੀ ਦਾ ਮਾਲਕ ਘਰ ਵਿੱਚ ਆਵੇ ਕਹਿਣ ਲੱਗੇ। ਹਾਂਜੀ, ਸ਼੍ਰੀ ਨਾਨਕ ਕੇ ਦਰਸ਼ਨ ਕਰਤਾ, ਸੇਵਤ ਪੇ ਗੁਰ ਚਰਨ ਨੇ ਹੋਰ। ਤੇ ਸ਼੍ਰੀ ਨਾਨਕ ਕੇ ਦਰਸ਼ਨ ਕਰਤਾ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੁਸੀਂ ਕਹਿਣ ਲੱਗੇ। ਵੇਖੋ ਗੁਰੂ ਅਰਜਨ ਦੇਵ ਜੀ ਦਾ ਸਮਾਂ ਚੱਲ ਰਿਹਾ, ਬਾਬਾ ਬੁੱਢਾ ਸਾਹਿਬ ਕਿੰਨੇ ਪੁਰਾਣੇ ਨੇ ਜੀ, ਗੱਜ ਕੇ ਆਖੋ ਵਾਹਿਗੁਰੂ। ਕਿੰਨੇ ਪੁਰਾਣੇ ਨੇ। ਕਹਿਣ ਲੱਗੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ, ਸਭ ਗੁਰੂਆਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਬਾਬਾ ਜੀ। ਹਾਂਜੀ,
ਤੁਮਰੇ ਸੰਸਰ ਅਪਰ ਨ ਲਖੀਅਤ ਸੰਕਟ ਅੰਧਕਾਰ ਕੇ ਭੋਰ। ਕਹਿਣ ਲੱਗੇ ਬਾਬਾ ਜੀ ਤੁਹਾਡੇ ਵਰਗਾ ਸਾਨੂੰ ਦੂਜਾ ਸਿੱਖ ਲੱਭਦਾ ਨਹੀਂ ਕੋਈ। ਤੁਸੀਂ ਤੇ ਮਾਨੋ ਸੰਕਟ ਦੇ ਹਨੇਰੇ 'ਚ ਸੂਰਜ ਬਣ ਕੇ ਆਏ ਹੋ ਸਾਡੇ ਵਾਸਤੇ। ਹਾਂਜੀ। ਭਈ ਅਵਗਿਆ ਸ਼ਿਮੋਹ ਗੁਰੂ ਸਿੱਖ ਸੇਵ ਕਰਨ ਤੇ ਮੈਂ ਤੇ ਅਨਜਾਨ। ਨਾਲ ਮਾਤਾ ਜੀ ਨੇ ਕੱਲ ਦੀ ਵੀ ਮਾਫੀ ਮੰਗ ਲਈ ਜੀ ਗੱਲਾਂ ਗੱਲਾਂ 'ਚ। ਬਾਬਾ ਜੀ ਮੈਂ ਅਣਜਾਣ ਹੈਗੀ ਆ, ਮੈਨੂੰ ਸੇਵਾ ਕਰਨੀ ਨਹੀਂ ਆਉਂਦੀ, ਕੱਲ ਦੀ ਮਾਫੀ ਦੇ ਦਿਓ ਕਹਿਣ ਲੱਗੇ। ਹਾਂਜੀ। ਕੇਵਲ ਵੱਡੇ ਪ੍ਰੇਮ ਕੋ ਹੈ ਰਹਿ ਨਹਿ ਕਛ ਭੂਖੇ ਖਾਨ ਰੂਪਾਨ। ਤੇ ਨਾਲ ਫਿਰ ਕਹਿਣ ਲੱਗੇ ਜਿਹੜੇ ਵੱਡੇ ਆ ਨਾ ਬਾਬਾ ਜੀ ਤੁਸੀਂ ਵੱਡੇ ਹੋ, ਵੱਡਿਆਂ ਨੂੰ ਖਾਣ ਪੀਣ ਦੀ ਭੁੱਖ ਨਹੀਂ ਹੁੰਦੀ, ਉਹ ਤੇ ਪ੍ਰੇਮ ਵੇਖਦੇ ਬੰਦੇ ਦਾ ਜੀ। ਪ੍ਰੇਮ ਕਿੰਨਾ ਹੈ ਜੀ। ਹਾਂਜੀ। ਖਾਣ ਪੀਣ ਦੀ ਭੁੱਖ ਨਹੀਂ ਹੁੰਦੀ ਉਹਨਾਂ ਨੂੰ ਜੀ। ਹਾਂਜੀ। ਕਹਿਤ ਸੁਨਤ ਇਮ ਤ੍ਰਿਪਤ੍ਰਿ ਬ੍ਰਿਧ ਤਬ ਕਰ ਕੈ ਚੂਰੀ ਪਖਾਰੇ ਪਾਨ। ਤੇ ਸਾਧ ਸੰਗਤ ਜੀ ਬਚਨ ਕਰਨ ਦੇ ਮਾਤਾ ਜੀ ਵੀ ਬਾਬਾ ਜੀ ਕਿਰਪਾ ਕਰੋ, ਗੱਦੀ ਦਾ ਮਾਲਕ ਬਖਸ਼ੋ, ਇਹ ਬਚਨ ਕਰੋ। ਤੇ ਬਾਬਾ ਬੁੱਢਾ ਸਾਹਿਬ ਬੜੇ ਪਿਆਰ ਨਾਲ ਛਕਣ ਦੇ ਜੀ। ਇੱਕ ਗਰਾਹੀ ਪਾਉਂਦੇ ਨਾਲ ਲੱਸੀ ਪੀਂਦੇ ਜੀ, ਬਹੁਤੇ ਹੀ ਪਿਆਰ ਨਾਲ ਛਕ ਰਹੇ ਨੇ। ਤੇ ਬਾਬਾ ਬੁੱਢਾ ਸਾਹਿਬ ਨੇ ਬਚਨ ਕਰਦਿਆਂ ਕਰਦਿਆਂ ਛਕ ਲਿਆ। ਤੇ ਫਿਰ ਕੀ ਕੀਤਾ ਜੀ, ਫਿਰ ਹੱਥ ਧੋਤੇ, ਚੁਲੀ ਕੀਤੀ ਬਾਬਾ ਜੀ ਨੇ। ਹਾਂਜੀ। ਤਿਸ ਛਿਨ ਬੈਸਿਓ ਬਾਏ ਬਹੁ ਬਲ ਸੋ ਜਲ ਤਰ ਗਰਜਿਓ ਗਗਨ ਮਹਾਨ। ਹੁਣ ਜਿਸ ਸਮੇਂ ਪ੍ਰਸ਼ਾਦਾ ਛਕ ਕੇ ਅਰਦਾਸ ਕਰਨੀ ਹੁੰਦੀ ਹੈ, ਵੇਖੋ ਰੱਬ ਦੀ ਮਿਹਰ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ, ਜਿਹੜਾ ਧੁਰੋਂ ਹੀ ਆਉਣਾ ਹੈ ਜੀ। ਰੱਬ ਦੀ ਮਿਹਰ ਵਰਤੀ। ਜਦੋਂ ਬਾਬਾ ਜੀ ਨੇ ਅਰਦਾਸ ਕਰਨੀ ਸ਼ੁਰੂ ਕੀਤੀ ਨਾ ਜੀ ਮਨ 'ਚ, ਉਸ ਸਮੇਂ ਬੜੀ ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ ਜੀ। ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ ਤੇ ਬੱਦਲ ਜਿਹੜੇ ਸੀ ਨਾ ਜੀ ਉਹ ਗੱਜਣ ਲੱਗ ਪਏ ਜੀ। ਗੜ ਹੋਣ ਲੱਗ ਪਈ ਇੱਕਦਮ ਜੀ। ਹਾਂਜੀ। ਤਰਤਾ ਲਸ਼ਕਤ ਤੇਜ ਅਧਿਕ ਧਰ ਦਸੋ ਦਿਸ਼ਨ ਮਹਿ ਕਰ ਪ੍ਰਕਾਸ਼। ਅਰੇ ਬਾਬਾ ਜੀ ਨੇ ਪ੍ਰਸ਼ਾਦਾ ਛਕ ਕੇ ਹੱਥ ਹੀ ਜੋੜਿਆ, ਤੇਜ਼ ਹਵਾ ਚੱਲਣ ਲੱਗ ਪਈ, ਆਪੇ ਹੀ ਬੱਦਲ ਆ ਗਏ ਜੀ, ਪਹਿਲਾਂ ਨਹੀਂ ਸੀ ਹੈਗੇ ਜੀ। ਤੇ ਉਸੇ ਵੇਲੇ ਬੱਦਲਾਂ ਦੇ ਵਿੱਚ ਬਿਜਲੀ ਲਿਸ਼ਕਾਂ ਮਾਰਨ ਲੱਗ ਪਈ ਜੀ। ਇੱਕਦਮ 10 ਦਿਸ਼ਾਵਾਂ 'ਚ ਬਿਜਲੀ ਜਦੋਂ ਚਮਕਦੀ ਹੈ, ਚਾਨਣ ਹੁੰਦਾ ਜੀ ਕੁਝ ਸਕਿੰਟਾਂ ਦਾ ਜੀ, ਉਹ ਇੱਕਦਮ ਚਾਨਣ ਹੋ ਗਿਆ। ਮਨੋਹ ਮੇਘ ਹੈ ਸੋਬਟ ਮਹਾਬਲ ਛਟਾ ਘੜਕ ਥਰਕਾਵਤ ਪਾਸ। ਮਾਨੋ ਕਵੀ ਸੰਤੋਖ ਸਿੰਘ ਜੀ ਦੱਸਦੇ, ਕਹਿੰਦੇ ਬਾਬਾ ਜੀ ਨੇ ਹੱਥ ਜੋੜੇ ਤੇ ਤਾਂ ਵੇਖਣ ਉੱਪਰ ਜੀ ਬੱਦਲ ਸੂਰਮਾ ਲੱਗੇ। ਤੇ ਸੂਰਮੇ ਫਿਰ ਤਿੱਖੀ ਤੇਜ ਸ੍ਰੀ ਸਾਹਿਬ ਫੜਦੇ ਆ ਨਾ। ਤੇ ਸਾਧ ਸੰਗਤ ਜੀ ਉਹ ਜਿਹੜੀ ਬਿਜਲੀ ਚਮਕਾ ਮਾਰਦੀ ਹੈ ਨਾ, ਇਹ ਤਿੱਖੀ ਮਾਨੋ ਤਲਵਾਰ ਫੜੀ ਹੋਈ ਹੈ ਜੀ ਸੂਰਮੇ ਨੇ। ਹਾਂਜੀ। ਜਨ ਹੇਰਤ ਬਿਰਧ ਕੋ ਤਬ ਪ੍ਰੇਤ ਬਰ ਕੋ ਦੇਹ ਪੂਰੀ ਅਹਸਾਸ। ਜਨ ਹੇਰਤ ਬ੍ਰਿਧ ਕੋ ਤਬ ਪ੍ਰੇਰਤ। ਕਹਿੰਦੇ ਮਾਨੋ ਬੱਦਲ ਜਿਹੜੇ ਸਨ ਨਾ, ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰੇਰ ਰਹੇ ਹੋਣ ਕਿ ਮਾਤਾ ਜੀ ਨੂੰ ਇਹੋ ਜਿਹਾ ਬਚਨ ਕਰੋ। ਹਾਂਜੀ। ਬਰ ਕਿਉ ਦੇਹ ਪੂਰੀ ਅਹਸਾਸ। ਕਹਿਣ ਲੱਗੇ ਵਰ ਦਿਓ, ਬੱਦਲ ਕਹਿ ਰਹੇ ਹੋਣ ਬਾਬਾ ਜੀ ਨੂੰ ਵੀ ਬਾਬਾ ਜੀ ਵਰ ਦਿਓ, ਮਾਤਾ ਜੀ ਦੀ ਆਸ ਪੂਰੀ ਹੋਵੇ। ਹਾਂਜੀ। ਪਿਖ ਲਛਨ ਬਿਸਮਤ ਹੋਏ ਹਰਖਿਓ। ਹਾਂਜੀ। ਹੋਏ ਹੈ ਨੰਦਨ ਬਲ ਕੀ ਰਾਸ। ਤੇ ਬਸ ਫਿਰ ਕੀ ਸੀਗਾ ਜੀ, ਉਸੇ ਵੇਲੇ ਬਾਬਾ ਜੀ ਨੇ ਲੱਛਣ ਵੇਖੇ ਜੀ। ਵਾਯੂਮੰਡਲ ਬੜਾ ਕੁਝ ਦੱਸਦਾ ਸੰਗਤ ਜੀ, ਸਾਨੂੰ ਸਮਝ ਨਹੀਂ ਹੁੰਦੀ ਜੀ, ਗੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਉਹਨਾਂ ਨੂੰ ਵਾਯੂਮੰਡਲ ਦੀ ਸਮਝ ਹੈਗੀ ਹੈ ਜੀ। ਬਾਬਾ ਜੀ ਨੇ ਲੱਛਣ ਵੇਖ ਕੇ ਹੈਰਾਨ ਹੋ ਗਏ, ਪ੍ਰਸੰਨ ਹੋ ਗਏ। ਤੇ ਬਾਬਾ ਜੀ ਨੇ ਉਸੇ ਵੇਲੇ ਬਚਨ ਕੀਤਾ, ਤੁਹਾਡੇ ਘਰ ਵਿੱਚ ਜੋਧਾ ਪੁੱਤਰ ਪੈਦਾ ਹੋਏਗਾ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਤੁਹਾਡੇ ਘਰ 'ਚ ਜੋਧਾ ਪੁੱਤਰ ਪੈਦਾ ਹੋਏਗਾ ਕਹਿਣ ਲੱਗੇ। ਹਾਂਜੀ। ਬੋਲਿਓ ਬੜ ਉਤਸ਼ਾਹ ਬੜਾਵਤ ਹਾਂਜੀ। ਧਨ ਮਾਤ ਆਵਨ ਭਾਤੋਹਿ। ਤੇ ਸਾਧ ਸੰਗਤ ਜੀ ਬਾਬਾ ਜੀ ਉਤਸ਼ਾਹ ਧਾਰ ਕੇ ਬੋਲੇ ਜਿਵੇਂ ਬਾਬਾ ਜੀ ਨੂੰ ਆਉਣ ਵਾਲਾ ਸਮਾਂ ਦਿਸ ਰਿਹਾ ਹੋਵੇ ਜੀ, 6ਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਹੋਣ ਜੀ। ਬਾਬਾ ਜੀ ਕਹਿਣ ਲੱਗੇ ਮਾਂ ਜੀ ਤੁਹਾਡਾ ਜਗਤ 'ਚ ਆਉਣਾ ਹੀ ਧੰਨ ਹੋ ਜਾਣਾ ਕਹਿਣ ਲੱਗੇ। ਹਾਂਜੀ।
ਬਲੀ ਵਿਸਾਲ ਖੜਗ ਖਰ ਕਰ, ਧਰ ਮੁਗਲਨ ਮਾਰ ਗੁਰੂ ਵੱਡ ਹੋਏ। ਜਿਹੜਾ ਪੁੱਤਰ ਤੁਹਾਡੇ ਘਰ ਪੈਦਾ ਹੋਏਗਾ ਗੁਰੂ ਹੋਏਗਾ ਕਹਿਣ ਲੱਗੇ ਹੋ। ਹੱਥ 'ਚ ਸ੍ਰੀ ਸਾਹਿਬ ਲੈ ਕੇ, ਖੜਗ ਲੈ ਕੇ ਦੁਸ਼ਟਾਂ ਦੇ ਸਿਰ ਵੱਢ ਦੇਗਾ ਕਹਿਣ ਲੱਗੇ। ਹਾਂਜੀ। ਗਾਦੀ ਤਜਹ ਤਖਤ ਪਰ ਬੈਠਾ ਹੈ, ਅਸ ਲੱਛਣ ਦਿਖਤ ਹੈ ਮੋਹ। ਬਾਬਾ ਜੀ ਕਹਿੰਦੇ ਮਾਤਾ ਜੀ ਮੈਨੂੰ ਦਿਸ ਰਿਹਾ, ਮੈਨੂੰ ਦਿਸ ਰਿਹਾ ਕਿ ਤੁਹਾਡਾ ਪੁੱਤਰ ਗੱਦੀ ਦੀ ਥਾਂ ਤੇ ਤਖਤ ਤੇ ਬੈਠੇਗਾ ਕਹਿਣ ਲੱਗੇ। ਛੇਵੇਂ ਪਾਤਸ਼ਾਹ ਨੇ ਬਣਾਇਆ ਨਾ ਜੀ ਫਿਰ ਤਖਤ। ਹਾਂਜੀ। ਰਣ ਪਿਰੈ ਰਣ ਕਮਸਾਨ ਮਚਾਵਹਿ, ਦੁਸ਼ਟ ਖਪਾਵਹਿ ਕਰ ਕੈ ਕ੍ਰੋਧ। ਰਣ ਭੂਮੀ ਦਾ ਪ੍ਰੇਮੀ ਹੋਏਗਾ ਤੁਹਾਡਾ ਪੁੱਤਰ, ਕਮਸਾਨ ਮਚਾਉਣਗੇ ਤੇ ਦੁਸ਼ਟਾਂ ਦਾ ਨਾਸ ਕਰਨਗੇ ਉਹ। ਹਾਂਜੀ। ਜਥਾ ਸੋ ਕੰਦਕ ਮੈਂ ਅਬ ਫੋਰੇ, ਤੇ ਮੁਗਲਨ ਕੇ ਫੋਰਹਿ ਸੀਸ। ਤੇ ਬਾਬਾ ਜੀ ਕਹਿਣ ਲੱਗੇ ਮਾਤਾ ਜੀ ਮੈਨੂੰ ਦਿਸ ਰਿਹਾ ਜਿਵੇਂ ਮੈਂ ਗੰਢਾ ਭੰਨਿਆ ਉਵੇਂ ਤੁਹਾਡਾ ਪੁੱਤਰ ਦੁਸ਼ਟਾਂ ਦੇ ਸਿਰ ਭੰਨਿਆ ਕਰੇਗਾ ਕਹਿਣ ਲੱਗੇ। ਮੁਗਲਾਂ ਦੇ ਸਿਰ ਭੰਨੇਗਾ ਜੀ। ਹਾਂਜੀ। ਜਿਮ ਯੁਧਿਆਰਥ ਮੋਜ ਤ੍ਰਿਪਤਾਇਸ, ਤਿਮ ਹੋ ਤ੍ਰਿਪਤਹਿ ਆਸ ਥੋ ਬੀਸ। ਕਹਿਣ ਲੱਗੇ ਮਾਂ ਜੀ ਜਿਵੇਂ ਤੁਸੀਂ ਮੈਨੂੰ ਰਜਾਇਆ ਪ੍ਰਸ਼ਾਦੇ ਦੇ ਨਾਲ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਤੁਹਾਨੂੰ ਵੀ ਰੱਜ ਆ ਜਾਏਗਾ ਕਹਿਣ ਲੱਗੇ। ਐਸਾ ਪੁੱਤਰ ਪੈਦਾ ਹੋਏਗਾ। ਹਾਂਜੀ। ਮੀਰੀ ਅਰ ਪੀਰੀ ਅਰ ਮੀਰੀ ਜੁਗ ਧਾਰ ਹੈ, ਨਾਮ ਸੋ ਹਰ ਗੋਬਿੰਦ ਜਗਦੀਸ਼। ਤੇ ਉਸੇ ਦਿਨ ਹੀ ਬਾਬਾ ਬੁੱਢਾ ਜੀ ਨੇ ਨਾਮ ਰੱਖਿਆ। ਕਹਿਣ ਲੱਗੇ ਮਾਤਾ ਜੀ ਜਿਹੜਾ ਪੁੱਤਰ ਪੈਦਾ ਹੋਏਗਾ ਉਹਦਾ ਨਾਮ ਹਰਗੋਬਿੰਦ ਸਾਹਿਬ ਰੱਖਣਾ ਕਹਿਣ ਲੱਗੇ। ਇੱਕ ਵਾਰੀ ਪਿਆਰ ਨਾਲ ਗੱਜ ਕੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਕੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਹਿਣ ਲੱਗੇ ਨਾਮ ਰੱਖਣਾ ਹਰਗੋਬਿੰਦ। ਇਹ ਨਾਮ ਰੱਖਣਾ ਉਹਨਾਂ ਦਾ। ਲੋਕ ਤੇ ਇੱਕ ਤਲਵਾਰ ਪਾਉਂਦੇ ਉਹ ਦੋ ਪਾਉਣਗੇ ਕਹਿਣ ਲੱਗੇ। ਮੇਰੀ ਤੇ ਪੀਰੀ ਪਾਉਣਗੇ। ਹਾਂਜੀ। ਜੋਦਾ ਪ੍ਰਗਟ ਹੈ ਸਾਧਠ ਤੁਮਾਰੇ, ਜੀਤਹਿ ਅਨਗਨ ਸ਼ਤਰ ਮਹੀਸ਼। ਗੱਜ ਕੇ ਆਖੋ ਵਾਹਿਗੁਰੂ। ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ, ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ। 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 ਜੋਦਾ ਪੁੱਤਰ ਪੈਦਾ ਹੋਏਗਾ ਜੋਦਾ। ਕਹਿਣ ਲੱਗੇ ਪਤਾ ਨਹੀਂ ਕਿੰਨੇ ਕੁ ਵੈਰੀਆਂ ਨੂੰ ਉਹ ਜਿੱਤੇਗਾ ਕਹਿਣ ਲੱਗੇ। ਐਡਾ ਜੋਦਾ ਪੁੱਤਰ ਤੁਹਾਡੇ ਘਰ ਪੈਦਾ ਹੋਣਾ। ਹਾਂਜੀ। ਅਤਿਸ਼ੈ ਪੁੰਨਨ ਕੋ ਅਤਿਸ਼ੈ ਪੁੰਨਨ ਕੋ ਫਲ ਪ੍ਰਗਟ ਹੈ, ਸੁੰਦਰ ਰੂਪ ਸਰਬ ਹੀ ਬੈਸ। ਫਿਰ ਹੋਰ ਸੁਣੋ ਤੁਹਾਡੇ ਪੁੰਨ ਪ੍ਰਗਟ ਹੋਣਗੇ। ਤੁਸੀਂ ਗੁਰੂ ਕੇ ਮਹਿਲ ਸੇਵਾ ਕਰਕੇ ਪ੍ਰਸੰਨ ਕੀਤਾ। ਜਿਹੜਾ ਪੁੱਤਰ ਪੈਦਾ ਹੋਏਗਾ ਬਹੁਤ ਸੋਹਣਾ ਪੈਦਾ ਹੋਏਗਾ ਕਹਿਣ ਲੱਗੇ। ਸਰੀਰ ਬਹੁਤ ਸੋਹਣਾ ਹੋਏਗਾ ਉਹਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਰੀਰ ਬੜਾ ਬਲੀ ਜੀ। ਦਾਸ ਨੇ ਗੁਰਮੁਖਾਂ ਪਾਸੋਂ ਸੁਣਿਆ 7.5 ਫੁੱਟ ਉੱਚਾ ਕੱਦ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੀ। ਬੜਾ ਭਰਵਾਂ ਸਰੀਰ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੀ। ਹਾਂਜੀ। ਅੰਗ ਬਿਲੰਦ ਸਭਨ ਤੇ ਹੋਏ, ਸਭ ਤੋਂ ਵੱਡੇ ਅੰਗ ਉਹਦੇ ਹੋਣਗੇ ਕਹਿਣ ਲੱਗੇ। ਅੰਗ ਬਿਲੰਦ ਸਭਨ ਤੇ ਹੋਵੇ। ਹਾਂਜੀ। ਬਲ ਕੀ ਸਮਤਾ ਹੋਏ ਨਾ ਹੈਸ। ਐਸਾ ਪੁੱਤਰ ਪੈਦਾ ਹੋਏਗਾ ਉਹਦੇ ਵਿੱਚ ਜਿੰਨਾ ਬਲ ਹੋਏਗਾ ਉਹਨਾਂ ਕਿਸੇ 'ਚ ਨਹੀਂ ਹੋਏਗਾ ਕਹਿਣ ਲੱਗੇ। ਹਾਂਜੀ। 1651 ਸੰਮਤ, ਹਾਂਜੀ। ਮਾਸ ਅਸੋਜ 21 ਸਭ ਜਾਨ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਉਸ ਦਿਨ ਸੰਮਤ 21 ਵਾਹਿਗੁਰੂ 21 ਅੱਸੂ ਸੀਗੀ। ਧਿਆਨ ਨਾਲ ਸੁਣਿਓ 21 ਅੱਸੂ ਦਾ ਦਿਨ ਸੀ ਦੇਸੀ ਮਹੀਨੇ ਦਾ ਜੀ। 1651 ਸੰਮਤ 1651 ਸੰਮਤ ਸੀਗੀ। 21 ਅੱਸੂ ਸੀਗੀ ਜੀ ਉਸ ਦਿਨ ਜੀ। ਹਾਂਜੀ। ਬੁੱਢੇ ਬਾਕ ਬਖਾਨਿਓ ਤਿਸ ਦਿਨ, ਸੁਨਤ ਸ਼ਰੌਨ ਭਾ ਆਨੰਦ ਮਹਾਨ। ਬੁੱਢੇ ਬਾਕ ਬਖਾਨਿਓ ਤਿਸ ਦਿਨ, ਜਿਸ ਦਿਨ ਬਾਬਾ ਬੁੱਢਾ ਜੀ ਨੇ ਇਹ ਬਚਨ ਕੀਤੇ ਸਨ ਜੀ। ਮਹਾਨ ਆਨੰਦ ਮਿਲਿਆ ਮਾਤਾ ਗੰਗਾ ਜੀ ਨੂੰ ਸੁਣ ਕੇ। ਹਾਂਜੀ।
ਧਨ ਧਨ ਸਤ ਗੁਰ ਕੇ ਸਿੱਖ ਤੁਮ ਸੇਵਤ ਬਾਂਛਤ ਦੇਵਤ ਦਾਨ। ਤੇ ਮਾਤਾ ਜੀ ਆਨੰਦ ਚ ਆ ਗਏ, ਕਹਿੰਦੇ ਧੰਨ ਧੰਨ ਸਤਿਗੁਰ ਕੇ ਸਿੱਖ ਤੁਮ। ਧੰਨੋ ਬਾਬਾ ਬੁੱਢਾ ਸਾਹਿਬ ਜੀ, ਧੰਨ ਚ ਤੁਸੀਂ ਗੁਰੂ ਦੇ ਪਿਆਰੇ। ਕੋਈ ਰਸਨਾ ਵਾਂਝੀ ਨਾ ਰਹੇ, ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। 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 ਤੁਮ ਸੇਵਤ ਬਾਂਛਤ ਦੇਵਤ ਦਾਨ। ਜਿਹੜਾ ਤੁਹਾਨੂੰ ਸੇਵਦਾ ਹੈ, ਤੁਸੀਂ ਤੇ ਮਨ ਮੰਗੀਆਂ ਚੀਜ਼ਾਂ ਦੇਣ ਵਾਲੇ ਹੋ। ਹਾਂਜੀ। ਕਰ ਬੰਧਨ ਪੁਨ ਪੁਨ ਕਰ ਬੰਦਤ ਹਰਖਤ ਔਰ ਕਰ ਕੀਨ ਪਿਆਨ। ਕਰ ਬੰਦਤ ਪੁਨ ਪੁਨ ਕਰ ਬੰਦਤ। ਮਾਤਾ ਜੀ ਇੰਨੇ ਖੁਸ਼ ਹੋਏ, ਇੱਕ ਵਾਰੀ ਮੱਥਾ ਟੇਕਿਆ, ਫਿਰ ਟੇਕਿਆ ਬਾਬਾ ਜੀ ਨੂੰ ਜੀ। ਦੂਜੀ ਵਾਰੀ ਟੇਕੇ, ਤੀਜੀ ਵਾਰੀ ਫਿਰ ਟੇਕਤਾ। ਕਿਉਂ? ਜਦੋਂ ਚਾਅ ਚਾਵੇ ਬੰਦਾ ਮੱਥਾ ਹੀ ਟੇਕੀ ਜਾਂਦਾ ਜੀ। ਮਾਤਾ ਜੀ ਬਾਰ-ਬਾਰ ਬਾਬਾ ਬੁੱਢਾ ਸਾਹਿਬ ਨੂੰ ਮੱਥਾ ਟੇਕਦੇ, ਬਾਰ-ਬਾਰ ਮੱਥਾ ਟੇਕਦੇ, ਮੱਥਾ ਟੇਕ ਕੇ ਫਿਰ ਘਰ ਗਏ ਜੀ ਮਾਤਾ ਜੀ। ਹਾਂਜੀ। ਤਤ ਛਿਨ ਮਿਲੇ ਦਾਸ ਗਨ ਦਾਸੀ ਬਿਗਸਨ ਬਦਨ ਦੇਖ ਸੁਖ ਮਾਨ। ਤੇ ਉਹ ਦਾਸ ਸੇਵਕ ਜਿਹੜੇ ਪਿੱਛੇ ਲੁਕਦੇ ਲੁਕਦੇ ਆਉਂਦੇ, ਉਹ ਵੀ ਪਹੁੰਚ ਗਏ ਜੀ। ਜਦੋਂ ਉਹਨਾਂ ਮਾਤਾ ਜੀ ਦਾ ਖਿੜਿਆ ਚਿਹਰਾ ਵੇਖਿਆ, ਮਾਤਾ ਜੀ ਦੇ ਖਿੜੇ ਚਿਹਰੇ ਨੂੰ ਵੇਖ ਕੇ ਸਾਰੇ ਸੇਵਕ ਹੀ ਖੁਸ਼ ਹੋ ਗਏ ਜੀ। ਕੱਲਾ ਬਚਨ ਨਹੀਂ ਨਾ ਕੀਤਾ, ਉਸੇ ਦਿਨ ਬਾਬਾ ਬੁੱਢਾ ਜੀ ਨੇ ਨਾਮ ਵੀ ਰੱਖ ਦਿੱਤਾ ਜੀ। ਹਾਂਜੀ। ਕਹੋ ਮਾਤ ਬਾਂਛਤ ਅਬ ਪਾਇਓ ਸੇਵੇ ਭਲੀ ਭਾਂਤ ਹਿਤ ਠਾਨ। ਤੇ ਸਾਧ ਸੰਗਤ ਜੀ ਉਸੇ ਵੇਲੇ ਸੇਵਕ ਖੁਸ਼ ਹੋ ਕੇ ਕਹਿੰਦੇ ਦਾਸੀਆਂ, ਕਿਉਂ ਮਾਤਾ ਜੀ? ਮਿਲ ਗਿਆ ਬਚਨ, ਹੋ ਗਿਆ ਕਾਰਜ। ਹਾਂਜੀ। ਸਭ ਕੋ ਧੀਰਜ ਦੇ ਕਹਿ ਮ੍ਰਿਦ ਬਚ ਆਈ ਰਾਮਦਾਸ ਪੁਰ ਥਾਨ। ਤੇ ਬਸ ਫਿਰ ਕੀ ਮਾਤਾ ਜੀ ਨੇ ਧੀਰਜ ਦਿੱਤਾ ਵੀ ਗੁਰੂ ਦੀ ਮਿਹਰ ਵਰਤ ਗਈ ਹੈ। ਅੰਮ੍ਰਿਤਸਰ ਆ ਗਏ ਮਾਤਾ ਜੀ। ਹਾਂਜੀ। ਸਭਨ ਗੁਰੂ ਤੇ ਕਰ ਧਿਆਨ ਧਰ ਕਰ ਨਾ ਮਹਿ ਚਰਨ ਕਰ ਬਿਖੈ ਬਖਾਨ। ਤੇ ਫਿਰ ਕੀ ਸੀ, ਸਾਰੇ ਗੁਰੂਆਂ ਦੇ ਚਰਨਾਂ ਦਾ ਧਿਆਨ ਧਰ ਕੇ ਮਾਤਾ ਜੀ ਨੇ ਧਰਤੀ ਤੇ ਮੱਥਾ ਟੇਕਿਆ ਜੀ। ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਜੀ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਦਾ ਧਿਆਨ ਧਰ ਕੇ ਮੱਥਾ ਟੇਕਿਆ ਜੀ। ਜਿਸ ਦਿਨ ਮਾਤ ਗੰਗ ਬਰ ਲੀਨਸ ਤਿਸ ਦਿਨ ਸੁਤ ਚਾਹਤ ਸੋ ਜਾਏ। ਕਹਿਣ ਲੱਗੇ ਹੁਣ ਧਿਆਨ ਨਾਲ ਸੁਣਿਓ। ਜਿਸ ਦਿਨ ਮਾਤ ਗੰਗ ਬਰ ਲੀਨਸ, 21 ਅੱਸੂ ਨੂੰ ਮਾਤਾ ਜੀ ਗਏ ਨਾ ਜੀ। 21 ਅੱਸੂ ਵਾਲੇ ਦਿਨ ਜਦੋਂ ਮਾਤਾ ਜੀ ਨੇ ਬਚਨ ਲਿਆ, ਕਹਿਣ ਲੱਗੇ ਤਿਸ ਦਿਨ ਸੁਤ ਚਾਹਤ ਸੋ ਜਾਏ। ਜਿਹਨੂੰ ਪੁੱਤ ਚਾਹੀਦਾ ਉਹ ਇਸ ਦਿਨ ਬਾਬਾ ਬੁੱਢਾ ਜੀ ਦੇ ਸਥਾਨ ਤੇ ਜਾਵੇ। 21 ਅੱਸੂ ਵਾਲੇ ਦਿਨ ਜੀ। ਹਾਂਜੀ। ਤਸ ਪ੍ਰਸ਼ਾਦ ਕਰ ਤਿਸ ਥਲ ਪਹੁੰਚੈ। ਉਸੇ ਤਰ੍ਹਾਂ ਹੀ ਪ੍ਰਸ਼ਾਦ ਤਿਆਰ ਕਰਕੇ ਬਾਬਾ ਬੁੱਢਾ ਜੀ ਦੇ ਸਥਾਨ ਤੇ ਪਹੁੰਚੇ ਹੋ। ਔਰ ਮੈਂ ਬ੍ਰਿੰਦ ਕੋ ਧਿਆਨ ਧਰਾਏ। ਹੁਣ ਸਾਰੀਆਂ ਗੱਲਾਂ ਧਿਆਨ ਦੇਣ ਵਾਲੀਆਂ ਨਾ ਜੀ। ਉਹ ਮਰਿਆਦਾ ਕਰਨੀ ਹੈ, ਉੱਥੇ ਜਾ ਕੇ ਹਿਰਦੇ 'ਚ ਬਾਬਾ ਬੁੱਢਾ ਜੀ ਦਾ ਧਿਆਨ ਧਾਰ ਲੈਣਾ ਹੈ। ਹਾਂਜੀ। ਕਰ ਅਰਦਾਸ ਆਹਾਰ ਸੋ ਬੰਟਹਿ। ਅਰਦਾਸ ਕਰਕੇ ਉਹ ਪ੍ਰਸ਼ਾਦੇ ਵੰਡ ਦੇਣੇ ਹੈ। ਹਾਂਜੀ। ਨਿਜ ਕਰਤੇ ਸਭ ਸੇਵ ਕਰਾਏ। ਆਪਣੇ ਹੱਥੀਂ ਇਹ ਸੇਵਾ ਕਰਨੀ ਹੈ। ਹਾਂਜੀ। ਨੰਦਨ ਬਾਂਛਤ ਨੰਦਨ ਪਾਵਹਿ। ਜੇ ਪੁੱਤ ਚਾਹੀਦਾ ਤੇ ਪੁੱਤ ਮਿਲੇਗਾ ਉਸ ਦਿਨ, ਕਹਿਣ ਲੱਗੇ। ਅਬ ਲੋ ਫਲ ਦਾਇਕ ਵਹਿ ਥਾਏ। ਕਵੀ ਸੰਤੋਖ ਸਿੰਘ ਕਹਿੰਦੇ ਅਬ ਲੋ ਫਲ ਦਾਇਕ ਤਿਹ ਥਾਏ। ਅੱਜ ਤੱਕ ਉਸ ਜਗ੍ਹਾ ਤੇ ਇਹ ਪ੍ਰਤਾਪ ਵਰਤ ਰਿਹਾ, ਕਹਿਣ ਲੱਗੇ। ਅੱਜ ਤੱਕ ਬਖਸ਼ਿਸ਼ਾਂ ਮਿਲ ਰਹੀਆਂ, ਇੱਕ ਸਾਖੀਆਂ ਨਹੀਂ ਹੈਗੀਆਂ ਜੀ। ਨਹੀਂ ਯਕੀਨ ਤੇ 21 ਅੱਸੂ ਤੇ 21 ਅੱਸੂ ਨੂੰ ਲੱਗਦਾ ਮੇਲਾ ਜੀ। ਹਾਂਜੀ। ਜਾ ਕੇ ਵੇਖ ਲਿਓ, ਲਾਈਨ 'ਚ ਲੋਕ ਲੱਗੇ, ਮੱਥਾ ਟੇਕਣ ਵਾਲਿਆਂ ਦੀ ਕਮੀ ਨਹੀਂ ਹੁੰਦੀ ਜੀ। ਸਾਰੇ ਰਸਤਿਆਂ 'ਚ ਲੰਗਰ ਲੱਗੇ ਹੁੰਦੇ, ਬੜੀਆਂ ਬੀਬੀਆਂ ਨੰਗੇ ਪੈਰ ਜਾ ਰਹੀਆਂ ਹੁੰਦੀਆਂ ਜੀ। ਹਾਂਜੀ। ਗ੍ਰਹਿ ਲਗ ਆਵਤ ਗੰਗਾ ਪੱਗ ਸੋ ਥਕਤ ਪਾਈ ਬਹੁ ਮ੍ਰਿਦਲ ਸਰੀਰ। ਹੁਣ ਮਾਤਾ ਜੀ ਦਾ ਕੋਮਲ ਸਰੀਰ ਹੈ, ਆਉਂਦਿਆਂ ਆਉਂਦਿਆਂ ਫਿਰ ਵਾਪਸ ਨੰਗੇ ਚਰਨੀ ਆਉਣਾ ਸੀ। ਦੋਹਰਾ ਸਫ਼ਰ ਪੈ ਗਿਆ, ਮਾਤਾ ਜੀ ਥੱਕ ਗਏ ਜੀ। ਹਾਂਜੀ। ਅਸਨ ਖਾਨ ਪੁਨ ਕੀਨਸ ਕਛ ਨਹਿ ਸੂਕੇ ਅਧਰਨ ਪੀਨੋ ਨੀਰ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ, ਮਾਤਾ ਜੀ ਨੇ ਛਕਿਆ ਵੀ ਕੁਝ ਨਹੀਂ ਜੀ। ਸਫ਼ਰ ਵੀ ਬੜਾ ਪਿਆ, ਛਕਿਆ ਕੁਝ ਨਹੀਂ, ਤੇ ਥੋੜਾ ਜਿਹਾ ਜਲ ਛਕ ਲਿਆ ਜੀ। ਹਾਂਜੀ।
ਚਰਨ ਅਰਨ ਅਤਰ ਉਤਰ ਚੁਵਤ ਹਾਂਜੀ, ਜਨ ਲਪਟੀ ਧੂਰ ਅੰਗ ਅਰ ਚੀਰ। ਕਹਿਣ ਲੱਗੇ ਮਾਤਾ ਜੀ ਦੇ ਚਰਨਾਂ ਵਿੱਚੋਂ ਨਾ ਜੀ ਖੂਨ ਵਗਣ ਲੱਗ ਪਿਆ ਜੀ। ਕੰਡੇ ਸਨ ਉਦੋਂ, ਕਿਹੜੀਆਂ ਵੀ ਵਧੀਆ ਪ੍ਰਬੰਧ ਸੀਗੇ ਜੀ, ਕੰਡੇ ਹੁੰਦੇ ਸੀ, ਭਖੜੇ ਚੁੱਭਦੇ ਹੁੰਦੇ ਸੀ, ਖੂਨ ਵਗਣ ਲੱਗ ਪਿਆ, ਚਰਨਾਂ ਤੇ ਧੂੜ ਜੰਮ ਗਈ ਮਾਤਾ ਜੀ ਦੇ ਜੀ। ਹਾਂਜੀ, ਸ਼ੁੱਧਤ ਤ੍ਰਿਖਤ ਪਹੁਸ਼ਰਮ ਬਹੁ ਹੋਵਾ। ਹੁਣ ਇੱਕ ਤੇ ਪਿਆਸੇ ਵੀ ਨੇ, ਥੋੜਾ ਜਲ ਛਕਿਆ ਨਾ ਜੀ, ਪਿਆਸੇ ਵੀ ਨੇ ਤੇ ਭੁੱਖੇ ਵੀ ਨੇ ਜੀ, ਉਤੋਂ ਥੱਕੇ ਹੋਏ ਨੇ ਮਾਤਾ ਜੀ। ਹਾਂਜੀ, ਤੋ ਪ੍ਰੇਮ ਤੇ ਤਜੀ ਨਾ ਧੀਰ। ਫਿਰ ਵੀ ਪ੍ਰੇਮ ਇਹਨਾਂ ਮਾਤਾ ਜੀ ਨੇ ਧੀਰਜ ਨਹੀਂ ਛੱਡਿਆ ਜੀ। ਮਨ ਚ ਉਹੋ ਜਿਹਾ ਹੀ ਚਾਅ ਬਣਿਆ ਮਾਤਾ ਗੰਗਾ ਜੀ ਦੇ ਜੀ। ਹਾਂਜੀ, ਸਰਬ ਆਰਥਲ ਸੁਖ ਸੋ ਬੀਤੀ ਨਹੀਂ ਬਿਸਾਦ ਭਇਓ ਅਬ ਕੋਏ। ਕਹਿਣ ਲੱਗੇ ਕਦੀ ਕੋਈ ਦੁੱਖ ਨਹੀਂ ਸੀ ਹੋਇਆ ਮਾਤਾ ਜੀ ਨੂੰ, ਸਾਰੀ ਉਮਰ ਸੁੱਖ ਨਾਲ ਹੀ ਬਤੀਤ ਹੋਈ ਮਾਤਾ ਜੀ ਦੀ ਜੀ। ਹਾਂਜੀ, ਗਮਨ ਪੰਥ ਕੋ ਕਿਉ ਨਾ ਕਬ ਕੀਨਸ ਜਾਂ ਤੇ ਆਦਿਕ ਥਕਤ ਭਈ ਸੋਏ। ਗਮਨ ਪੰਥ ਕੋ ਕਿਉਂ ਅਬ ਕੀਨਸ, ਕਹਿਣ ਲੱਗੇ ਹੁਣ ਇੰਨਾ ਸਫ਼ਰ ਪੈਦਲ ਕੀਤਾ, ਨੰਗੇ ਚਰਨ ਕੀਤਾ, ਇਸ ਕਰਕੇ ਸਗੋਂ ਜ਼ਿਆਦਾ ਥਕਾਵਟ ਮਹਿਸੂਸ ਹੋਈ, ਅਭਿਆਸ ਨਹੀਂ ਸੀਗਾ ਮਾਤਾ ਜੀ ਨੂੰ। ਹਾਂਜੀ, ਨੀਠ ਨੀਠ ਘਰ ਆਨ ਪਹੁੰਚੀ ਪਾਏ ਸੋ ਬਾਂਛਤ ਹਰਖਤ ਹੋਏ। ਪਰ ਮਾਤਾ ਜੀ ਨੂੰ ਇਸ ਗੱਲ ਦੀ ਬੜੀ ਖੁਸ਼ੀ ਵੀ ਜੋ ਮੰਗਣ ਗਈ ਸੋ ਮਿਲ ਗਿਆ ਹੈ, ਪ੍ਰਾਪਤੀ ਹੋ ਗਈ। ਬੰਦੇ ਨੂੰ ਪ੍ਰਾਪਤੀ ਹੋ ਜਾਏ ਦੁੱਖ ਭੁੱਲ ਜਾਂਦੇ ਆ ਜੀ। ਹਾਂਜੀ, ਕਛੁ ਖੇਦ ਨਾ ਗਿਨਤ ਨਹੀਂ ਮਨ ਚਿਰੰਕਾਲ ਕੀ ਚਿੰਤਾ ਖੋਏ। ਕਹਿਣ ਲੱਗੇ ਕਛੂ ਖੇਦ ਕੋ ਗਿਣਤ ਨਹੀਂ ਮਨ, ਕਿਸੇ ਵੀ ਕਸ਼ਟ ਨੂੰ ਮਾਤਾ ਜੀ ਸੋਚਣ ਹੀ ਨਹੀਂ ਦਏ ਜੀ। ਚਿਰੰਕਾਲ ਕੀ ਚਿੰਤਾ ਖੋਏ, ਲੰਮੇ ਸਮੇਂ ਦੀ ਚਿੰਤਾ ਅੱਜ ਬਾਬਾ ਜੀ ਦੇ ਬਚਨਾਂ ਨਾਲ ਦੂਰ ਹੋਈ ਜੀ। ਹਾਂਜੀ, ਉਸ਼ਨ ਉਦਕ ਕਾਰਨ ਕਰ ਚਰਨ ਪਖਾਰੇ ਹਾਂਜੀ। ਦਾਸੀ ਬਿਰਧ ਕਰਹਿ ਸਭ ਸੇਵ। ਮਾਤਾ ਜੀ ਜਦੋਂ ਘਰ ਆਏ ਤੇ ਗਰਮ ਪਾਣੀ ਨਾਲ ਚਰਨ ਧੋਤੇ ਮਾਤਾ ਜੀ ਨੇ ਜੀ। ਹਾਂਜੀ, ਤਬਲੋ ਸੰਧਿਆ ਪੀਰਵ ਅਤਸਿਓ ਹਾਂਜੀ, ਕਹਿਤ ਪਰੀ ਭੋਜਨ ਲੇਵ ਸੇਵ। ਤੇ ਸਾਧ ਸੰਗਤ ਜੀ ਉਹਨਾਂ ਚਿਰ ਨੂੰ ਸ਼ਾਮ ਪੈ ਗਈ, ਦਾਸੀਆਂ ਆਈਆਂ, ਮਾਤਾ ਜੀ ਪ੍ਰਸ਼ਾਦਾ ਛਕ ਲਓ। ਦਾਸੀਆਂ ਥਾਲ ਤਿਆਰ ਕਰਕੇ ਲੈ ਕੇ ਆਈਆਂ। ਹਾਂਜੀ, ਪਤ ਦਰਸ਼ਨ ਕਰ ਆਸਨ ਅਗੋਚੀ ਹਾਂਜੀ, ਕਰਤ ਉਡੀਕਨ ਬੈਠੀ ਏਵ। ਤੇ ਮਾਤਾ ਜੀ ਪਤਾ ਕੀ ਕਹਿਣ ਲੱਗੇ, ਪਤ ਦਰਸ਼ਨ ਕਰ ਆਸਨ ਅਸਨ ਅਚੌਂਗੀ। ਮਾਤਾ ਜੀ ਕਹਿਣ ਲੱਗੇ ਦਾਸੀਆਂ ਨੂੰ, ਜਿੰਨਾ ਚਿਰ ਤੱਕ ਮਾਲਕ ਸੱਚੇ ਪਾਤਸ਼ਾਹ ਜੀ ਨਹੀਂ ਨਾ ਆ ਜਾਂਦੇ, ਅੱਜ ਉਹਨਾਂ ਚਿਰ ਤੱਕ ਪ੍ਰਸ਼ਾਦਾ ਨਹੀਂ ਛਕਣਾ। ਕਹਿਣ ਲੱਗੇ ਹੈ ਉਹਨਾਂ ਨੂੰ ਉਡੀਕਣਾ ਹੈ ਬਹਿ ਕੇ, ਭੁੱਖ ਵੀ ਪੂਰੀ ਜ਼ੋਰਾਂ ਦੀ ਹੈ, ਪਰ ਚਾਅ ਹੈਗਾ ਜੀ ਸੱਚੇ ਪਾਤਸ਼ਾਹ ਆਉਣਗੇ ਫਿਰ ਪ੍ਰਸ਼ਾਦਾ ਛਕਣਾ। ਹਾਂਜੀ, ਸੁਨ ਸੁਨ ਸਾਧਨ ਆਨੰਦ ਮਨ ਠਾਨਹਿ ਇਤਨੇ ਮਹਿ ਆਏ ਗੁਰਦੇਵ। ਸੁਣ ਸੁਣ ਕੇ ਸਾਰੇ ਆਨੰਦਿਤ ਹੋਣ ਵੀ ਅੱਜ ਮਾਤਾ ਜੀ ਨੂੰ ਬੜਾ ਚਾਅ ਜੀ। ਇੰਨੇ ਚਿਰ ਨੂੰ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਘਰ ਵਿੱਚ ਆ ਗਏ ਜੀ। ਹਾਂਜੀ, ਥਿਤ ਥਿਤ ਪਰਯੰਕ ਪਰ ਸਤਿਗੁਰ ਹੋਏ। ਮਹਾਰਾਜ ਗਰੀਬ ਨਵਾਜ ਜੀ ਨੂੰ ਪਲੰਘਾ ਢਾ ਕੇ ਦਿੱਤਾ, ਗਰੀਬ ਨਵਾਜ ਪਲੰਘੇ ਦੇ ਉੱਤੇ ਬੈਠੇ। ਪੁਨ ਪ੍ਰਸੰਗ ਪੁੱਛਿਓ ਕਿ ਮਕੀਨ। ਤੇ ਸੱਚੇ ਪਾਤਸ਼ਾਹ ਮਹਾਰਾਜ ਬੈਠ ਗਏ, ਮਾਤਾ ਜੀ ਲਾਗੇ ਪੀੜੀ ਤੇ ਬੈਠ ਗਏ। ਮਾਤਾ ਜੀ ਦਾ ਚਿਹਰਾ ਖੁਸ਼ ਹੈ ਜੀ। ਅੱਜ ਕੇ ਆਖੋ, ਕੱਲ ਉਦਾਸ ਸੀ, ਬੈਰਾਗ ਕਰ ਰਹੇ ਸੀ, ਅੱਜ ਖੁਸ਼ੀ ਨਾਲ ਭਰੇ ਪਏ ਆ ਜੀ। ਮਾਤਾ ਮਹਾਰਾਜ ਕਹਿੰਦੇ ਕਿਉਂ, ਕਿਵੇਂ ਬਣਿਆ ਸਭ ਕੁਝ। ਹਾਂਜੀ, ਭਨੀ ਵਾਰਤਾ ਸਰਬ ਛੋਰ ਤੇ ਪੁੱਤਰ ਖੜਗ ਧਾਰੀ ਬਰ ਦੀਨ। ਤੇ ਮਾਤਾ ਜੀ ਨੇ ਸਾਰੀਆਂ ਹੀ ਗੱਲਾਂ ਛੱਡ ਕੇ ਪਹਿਲਾਂ ਹੀ ਇਹ ਗੱਲ ਕੀਤੀ, ਮਹਾਰਾਜ ਬਾਬਾ ਜੀ ਕਹਿੰਦੇ ਖੜਗਧਾਰੀ ਪੁੱਤਰ ਪੈਦਾ ਹੋਏਗਾ। ਹਾਂਜੀ, ਸੇਵ ਬਿਲੋਕ ਪ੍ਰਸੰਨ ਭਏ ਅਤ ਅਧਿਕ ਅਧਿਕ ਕਹਿਬਾਕ ਪ੍ਰਬੀਨ। ਸੇਵ ਪ੍ਰਲੋਕ ਪ੍ਰਸੰਨ ਭਏ ਅਤ, ਕਹਿਣ ਲੱਗੇ ਮਹਾਰਾਜ ਸੇਵਾ ਵੇਖ ਕੇ ਬਾਬਾ ਜੀ ਖੁਸ਼ ਬੜੇ ਹੋਏ ਜੀ। ਹੁਣ ਗੁਰੂ ਅਰਜਨ ਸਾਹਿਬ ਵੀ ਸੁਣ ਕੇ ਖੁਸ਼ ਹੋਏ ਜੀ। ਹਾਂਜੀ, ਕਿਉਂ, ਪੁੱਤਰ ਤੇ ਗੁਰੂ ਅਰਜਨ ਸਾਹਿਬ ਦੇ ਨੇ ਨਾ ਜੀ। ਮਹਾਰਾਜ ਵੀ ਖੁਸ਼ ਹੋਏ। ਅਧਿਕ ਅਧਿਕ ਕਹਿ ਬਾਕ ਪ੍ਰਬੀਨ। ਮਾਤਾ ਜੀ ਕਹਿਣ ਲੱਗੇ ਮਹਾਰਾਜ ਬਾਬਾ ਜੀ ਨੇ ਬਹੁਤੇ ਹੀ ਵਧੀਆ ਬਚਨ ਕੀਤੇ। ਕਹਿਣ ਲੱਗੇ ਹਾਂਜੀ, ਪੀਰੀ ਮੀਰੀ ਵਰਤਹਿ ਦੋਨੋ ਡੀਲ ਬੇਲੰਦ ਸਬਲ ਹੋਏ ਪੀਨ। ਕੀ ਆਖਿਆ ਮਹਾਰਾਜ ਕਹਿੰਦੇ, ਮਾਤਾ ਜੀ ਕਹਿੰਦੇ ਮਹਾਰਾਜ ਬਾਬਾ ਜੀ ਕਹਿਣ ਲੱਗੇ ਇੱਕ ਨਹੀਂ ਦੋ ਤਲਵਾਰਾਂ ਧਾਰਨ ਕਰਨਗੇ। ਪੀਰੀ ਤੇ ਮੀਰੀ ਪੀਰੀ ਧਾਰਨ ਕਰਨਗੇ।
ਤੇ ਸਰੀਰ ਬੜਾ ਖੁੱਲਾ ਡੁੱਲਾ ਹੋਏਗਾ, ਬੜਾ ਵੱਡਾ ਸਰੀਰ ਹੋਏਗਾ। ਹਾਂਜੀ। ਕਿਰਪਾ ਆਪ ਕੀਤੇ ਬਰ ਪਾਇਸ ਔਚਕ ਪਏ ਸ਼ਗੁਨ ਸ਼ੁਭ ਆਏ। ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ। ਮਾਤਾ ਜੀ ਨਿਮਰਤਾ ਚ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿ ਰਹੇ, ਸਤਿਗੁਰੂ ਜੀ ਨੂੰ, ਮਹਾਰਾਜ ਇਹ ਸਭ ਕੁਝ ਆਪ ਜੀ ਦੀ ਕਿਰਪਾ ਨਾਲ ਹੋਇਆ। ਕਿਉਂ ਗੁਰੂ ਤੇ ਗੁਰੂ ਹੀ ਹੈ ਨਾ ਜੀ, ਆਖੋ ਵਾਹਿਗੁਰੂ। ਮਹਾਰਾਜ ਆਪ ਜੀ ਦੀ ਕਿਰਪਾ ਨਾਲ ਹੋਇਆ। ਜਦੋਂ ਬਾਬਾ ਜੀ ਬਚਨ ਕਹਿਣ ਲੱਗੇ, ਸ਼ਗਨ ਹੀ ਬੜੇ ਵਧੀਆ ਹੋ ਗਏ ਕਹਿਣ ਲੱਗੇ। ਹਾਂਜੀ। ਗਰਜਿਓ ਘਨ ਅਰ ਚਮਕੀ ਤੜਤਾ ਤਿਨ ਕੋ ਦੇਖ ਬ੍ਰਿਧ ਹਰ ਖਾਏ। ਬੱਦਲ ਗਰਜੇ ਤੇ ਬਿਜਲੀ ਚਮਕੀ, ਬਾਬਾ ਜੀ ਵੇਖ ਕੇ ਖੁਸ਼ ਹੋਏ ਕਹਿਣ ਲੱਗੇ। ਹਾਂਜੀ। ਬੈਠੈ ਤਖਤ ਮਹਿਦ ਹੋਏ ਜੋਦਾ ਰਣ ਪ੍ਰੇਹ ਨਹਿ ਰਿਪਨ ਸਮੁਦਾਏ। ਉਹ ਕਹਿਣ ਲੱਗੇ ਗੱਦੀ ਤੇ ਵੀ ਬੈਠੇਗਾ, ਤਖਤ ਵੀ ਸਾਜੇਗਾ। ਰਣ ਪ੍ਰਿਯ ਹੋਣਗੇ, ਜੋਧੇ ਹੋਣਗੇ ਤੁਹਾਡੇ ਪੁੱਤਰ ਜੀ। ਹਾਂਜੀ। ਗੁਣ ਵਿਸਾਲ ਨਿਜ ਬੰਸ ਬਿਰਧਾਵ। ਬੜੇ ਗੁਣ ਹੋਣਗੇ ਉਹਨਾਂ 'ਚ, ਵੰਸ਼ ਖੂਬ ਵਧੇਗੀ ਅੱਗੇ। ਫਿਰ ਮਹਾਰਾਜ ਦੇ 5 ਸਾਹਿਬਜ਼ਾਦੇ ਹੋਏ ਜੀ ਅੱਗੇ ਜੀ, 6ਵੇਂ ਪਾਤਸ਼ਾਹ ਜੀ ਦੇ। ਗੁਰ ਕਰ ਮੈਂ ਆਸ ਸੁਤ ਉਪਜਾਏ। ਐਸਾ ਗੁਰੂ ਘਰ 'ਚ ਪੁੱਤਰ ਪੈਦਾ ਹੋਏਗਾ, ਕੁੱਲ ਚੱਲੇਗੀ ਬੜੀ ਵਧੀਆ ਜੀ। ਤੇ ਫਿਰ ਚੱਲੀ ਜੀ, ਚੱਲੀ ਪੀੜੀ ਸੋਡੀਆਂ, 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 ਚੱਲੀ ਪੀੜੀ ਸੋਡੀਆਂ। ਰੂਪ ਦਿਖਾਵਣ ਕਹਿਣ ਲੱਗੇ ਮਹਾਰਾਜ ਕੁੱਲ ਖੂਬ ਵਧੇਗੀ। ਹਾਂਜੀ। ਸੁਨਤ ਪ੍ਰਸੰਨ ਪਾਏ ਗੁਰ ਅਰਜਨ ਮਹਿਮਾ ਸੰਤਨ ਕਰਹਿ ਉਚਾਰ। ਤੇ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਬੜੇ ਪ੍ਰਸੰਨ ਹੋਏ ਜੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖੋਂ ਸੰਤਾਂ ਦੀ ਮਹਿਮਾ ਕਰਨ ਲੱਗੇ। ਸ਼ੋਸ਼ਕ ਸਥਲ ਜਲ ਪਲ ਮਹਿ ਪੂਰੇ, ਪੂਰਨ ਸ਼ੋਸ਼ਕ ਕਰਹਿ ਇੱਕ ਬਾਰ। ਸੰਤ ਚਾਹੁਣ ਸੁਖੀਆਂ ਥਾਵਾਂ ਨੂੰ ਭਰ ਦੇਣ ਤੇ ਭਰੀਆਂ ਨੂੰ ਸੁਕਾ ਦੇਣ। ਗੰਗਾ ਜੀ ਸੰਤਾਂ 'ਚ ਬੜੀ ਤਾਕਤ ਤੇ। ਹਾਂਜੀ। ਰੰਕ ਰਾਵ ਤੇ ਰਾਵ ਰੰਕ ਤੇ, ਗਰੀਬ ਨੂੰ ਅਮੀਰ ਕਰ ਦੇਣ, ਅਮੀਰ ਨੂੰ ਗਰੀਬ ਕਰ ਦੇਣ। ਹਾਂਜੀ। ਮ੍ਰਿਤ ਜੀਵਾਏ ਜੀਵਤ ਦੇ ਮਾਰ। ਜਿਉਂਦਿਆਂ ਨੂੰ ਮੁਰਦੇ ਕਰ ਦੇਣ, ਮੁਰਦਿਆਂ ਨੂੰ ਜਿਉਂਦੇ ਕਰ ਦੇਣ। ਹਾਂਜੀ। ਅਚਲ ਚਲਾਵਹਿ ਚਲਤ ਥਿਰਾਵਹਿ। ਹਾਂ, ਜਿਹੜੇ ਅਚਲ ਨੇ, ਚੱਲ ਨਹੀਂ ਸਕਦੇ, ਉਹਨਾਂ ਨੂੰ ਚਲਾ ਸਕਦੇ ਆ। ਚੱਲਣ ਵਾਲਿਆਂ ਨੂੰ ਬਿਲਕੁਲ ਅਚਲ ਕਰ ਸਕਦੇ, ਵਾਹਿਗੁਰੂ ਇੱਕਦਮ ਟਿਕਾ ਸਕਦੇ ਆ। ਹਾਂਜੀ। ਬਾਕ ਅਮਿਟ ਹੈ ਪ੍ਰਗਟ ਸੰਸਾਰ। ਸੰਤਾਂ ਦੇ ਬਚਨ ਨਹੀਂ ਕੋਈ ਮੋੜ ਸਕਦਾ। ਕਹਿੰਦੇ ਸੰਤਾਂ ਦੇ ਬਚਨ ਅਟਲ ਹੁੰਦੇ ਆ, ਰੱਬ ਨੂੰ ਵੀ ਮੰਨਣੇ ਪੈ ਜਾਂਦੇ ਆ। ਹਾਂਜੀ। ਅੰਤ ਸੰਤ ਕੋ ਕੋਏ ਨਾ ਪਾਵੈ। ਸੰਤਾਂ ਦਾ ਅੰਤ ਨਹੀਂ ਕੋਈ ਪਾ ਸਕਦਾ। ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਦਾ ਕੋਈ ਅੰਤ ਪਾ ਸਕਦਾ? ਆ ਵੇਖ ਲਓ, ਕਹਿੰਦੇ ਜੀ ਗੁਰੂ ਸਾਹਿਬ ਦੇ ਵੇਲੇ ਕਿਸੇ ਨਾਲ ਸੰਤ ਸ਼ਬਦ ਨਹੀਂ ਸੀ ਲੱਗਦਾ। ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਸਾਹਿਬ ਖੁਦ ਸੰਤ ਕਹਿ ਰਹੇ ਜੀ। ਹਾਂਜੀ। ਸੁਰ ਨਰ ਅਸੁਰ ਜਾਤ ਸਭ ਹਾਰ। ਓਏ ਬਾਬਾ ਬੁੱਢਾ ਸਾਹਿਬ ਅੱਗੇ ਤੇ ਦੇਵਤੇ ਵੀ ਹਾਰ ਜਾਣ, ਦੈਂਤ ਵੀ ਹਾਰ ਜਾਣ। ਹਾਂਜੀ। ਸੰਤ ਹੁਕਮ ਕੇ ਫੇਰ ਨਾ ਸਕਹਿ। ਸੰਤ ਦੇ ਹੁਕਮ ਨੂੰ, ਬਾਬਾ ਜੀ ਦੇ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ। ਹਾਂਜੀ। ਸਗਰੇ ਸਾਦਰ ਲੈ ਸਿਰ ਧਾਰ। ਸਾਰੇ ਇੱਥੋਂ ਤੱਕ ਖੁਦ ਪਰਮੇਸ਼ਰ ਵੀ ਬਾਬਾ ਜੀ ਦੇ ਹੁਕਮ ਨੂੰ ਮੰਨੇਗਾ, ਜੋ ਬਾਬਾ ਜੀ ਕਹਿ ਦੇਣ। ਹਾਂਜੀ। ਬੁੱਢਾ ਸਾਹਿਬ ਤਪ ਕੀ ਮੂਰਤ। ਬਾਬਾ ਬੁੱਢਾ ਸਾਹਿਬ ਆਖੋ ਤਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਤੇ ਤਪ ਦੀ ਮੂਰਤੀ ਨੇ, ਤਪ ਦੀ ਤਪੱਸਿਆ ਦੀ ਮੂਰਤੀ ਨੇ। ਆਤਮ ਗਿਆਨੀ ਗੁਣ ਗਨ ਸਾਰ। ਗੁਣਾਂ ਦੇ ਘਰ ਨੇ, ਆਤਮ ਗਿਆਨੀ ਨੇ ਬਾਬਾ ਬੁੱਢਾ ਸਾਹਿਬ। ਗੱਲਾਂ ਬਾਤਾਂ ਵਾਲੇ ਗਿਆਨੀ ਨਹੀਂ, ਆਤਮ ਗਿਆਨੀ ਜੀ। ਹਾਂਜੀ। ਜਿਹ ਸੇਵੇ ਬਾਂਛਤ ਹੋਏ ਪ੍ਰਾਪਤ, ਦੁਖ ਦਾਰਤ ਕੇ ਦੰਦ ਬਿਰਚਾਰ। ਉਹਨਾਂ ਦੀ ਸੇਵਾ ਕੀਤਿਆਂ ਤੇ ਮੂੰਹ ਮੰਗੀਆਂ ਪਦਾਰਥ ਮਿਲਣਗੇ ਤੇ ਮਿਲਦੇ ਹੀ ਰਹਿਣਗੇ। ਆਖੋ ਸਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਦੋਹਰਾ ਇਤਿਆਦਿਕ ਗੁਣ ਬ੍ਰਿਧ ਕੇ ਵਰਨੇ ਸ਼੍ਰੀ ਮੁਖ ਆਪ। ਇਸ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਗੁਣ ਮਹਿਮਾ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਖੋਂ ਉਚਾਰਨ ਕੀਤੀ।
ਸੁਨ ਗੰਗਾ ਬੰਦਨ ਕਰੀ ਧੰਨ ਸਿੱਖ ਨਿਸ਼ਪਾਪ। ਤੁਸੀਂ ਵੀ ਕਰੋ ਬੰਦਨ ਸਾਰੇ, ਹੱਥ ਜੋੜ ਕੇ ਮੱਥਾ ਟੇਕੋ, ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬੰਦਨ ਵੀ ਕਰਨਾ ਨਾ, ਸਿਰ ਵੀ ਝੁਕਾਉਣਾ, ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਨੂੰ ਯਾਦ ਕਰਕੇ ਮਾਤਾ ਜੀ ਨੇ ਕਿਹਾ ਧੰਨ ਨੇ ਬਾਬਾ ਬੁੱਢਾ ਸਾਹਿਬ ਜਿਹੜੇ ਨਿਸ਼ਪਾਪ ਹਨ। ਤੇ ਅੱਗੋਂ ਫਿਰ ਸਾਧ ਸੰਗਤ ਜੀ ਪ੍ਰਸੰਗ ਜਿਹੜਾ ਉਹ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਭੁੱਲਾਂ ਦੀ ਮਾਫੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਦੇ ਬਚਨ। ਆ ਕੈਮਰਾ ਲੱਥ ਜੇ।